ਸਵਾਗਤ ਹੈ ਤੁਹਾਡਾ ਬਾਈਨਰੀ ਇੰਸਟ੍ਰਕਟਰ ਦੇਖ ਰਹੇ ਹੋ। ਆਪਾਂ ਇੱਕ ਸੀਰੀਜ਼ ਸਟਾਰਟ ਕਰਨ ਲੱਗੇ ਹਾਂ। ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਦੇ ਵਿੱਚ ਜਿਹੜੇ ਕੰਪਿਊਟਰ ਦੇ ਟੌਪਿਕ ਹਰ ਸ਼ਿਫਟ ਦੇ ਵਿੱਚ ਪੁੱਛੇ ਜਾਂਦੇ ਨੇ, ਜਿਵੇਂ ਕਿ ਸਮਾਰਟਫੋਨ ਹੋ ਗਿਆ, ਈਮੇਲ ਹੋ ਗਿਆ, ਜਾਂ ਆਪਾਂ ਕਹਿ ਲਈਏ ਵੀ ਆਫਿਸ ਪ੍ਰੋਡਕਟਿਵਿਟੀ ਟੂਲ, ਐਕਸਲ, ਵਰਡ, ਪਾਵਰ ਪੁਆਇੰਟ। ਇਹਨਾਂ ਦੇ ਵਿੱਚੋਂ ਰੈਗੂਲਰ ਸਵਾਲ ਆ ਰਹੇ ਨੇ, ਹਰ ਇੱਕ ਸ਼ਿਫਟ ਦੇ ਵਿੱਚ ਸਵਾਲ ਦੇਖਣ ਨੂੰ ਮਿਲੇ ਨੇ। ਸੋ ਉਸੇ ਨੂੰ ਲੈ ਕੇ ਹੀ ਆਪਾਂ ਇੱਕ ਸੀਰੀਜ਼ ਸਟਾਰਟ ਕਰਨ ਲੱਗਿਆ, ਜਿਹਦੇ ਵਿੱਚ ਆਪਾਂ ਹਰ ਰੋਜ਼ ਡੇਲੀ ਵੀਡੀਓ ਇੱਕ ਆਪਾਂ ਅਪਲੋਡ ਕਰਿਆ ਕਰਾਂਗੇ। ਵੈਸੇ ਬੱਚਿਆਂ ਦੇ ਕਾਫੀ ਸੁਜੈਸ਼ਨ ਇਹ ਵੀ ਸੀਗੇ ਵੀ ਮੈਰਾਥਨ ਲਗਾਓ, ਹਨਾ। ਮੈਰਾਥਨ ਦਾ ਇੰਨਾ ਆਪਣੇ ਕੋਲੇ ਹਜੇ ਟਾਈਮ ਨਹੀਂ ਹੈਗਾ, ਕਿਉਂਕਿ ਮੈਰਾਥਨ ਦੇ ਵਿੱਚ ਬਹੁਤ ਸਾਰਾ ਜੇ ਆਪਾਂ ਡੇਟਾ ਪਾਵਾਂਗੇ ਤਾਂ ਉਨਾ ਹੀ ਉਹਨੂੰ ਟਾਈਮ ਲੱਗਦਾ। ਜੇ 4 ਤੋਂ 5 ਘੰਟੇ ਦੀ ਮੈਰਾਥਨ ਹੈ ਤਾਂ 4 ਤੋਂ 5 ਘੰਟੇ ਨੂੰ ਬਣਾਉਣ ਦੇ ਲਈ ਘੱਟੋ ਘੱਟ 7 ਤੋਂ 8-10 ਦਿਨ ਲੱਗ ਜਾਂਦੇ ਨੇ, ਹਨਾ। ਇਹ ਤਾਂ ਹੈ ਨਹੀਂਗਾ ਵੀ ਆਪਾਂ ਇੰਟਰਨੈਟ ਤੋਂ ਡੇਟਾ ਚੱਕਿਆ ਤੇ ਪਾ ਕੇ ਕਰਾਤਾ। ਉਹ ਸਵਾਲ ਕਰਾਉਣ ਦਾ ਕੋਈ ਫਾਇਦਾ ਨਹੀਂ। ਸੋ ਆਪਣਾ ਉਹ ਵੇ ਨਹੀਂ ਹੈਗਾ। ਆਪਾਂ ਡਿਟੇਲ ਦੇ ਵਿੱਚ ਹੀ ਕਰਾਂਗੇ, ਇਕੱਲੇ ਸਵਾਲ ਮੈਂ ਨਹੀਂ ਕਰਾਉਂਗਾ, ਨਾਲ ਐਕਸਪਲੇਨੇਸ਼ਨ ਜਿੱਥੇ ਜਿੰਨੀ ਐਕਸਪਲੇਨੇਸ਼ਨ ਚਾਹੀਦੀ ਹੈ ਉੱਥੇ ਆਪਾਂ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਥੇ ਕੋਈ ਰਟਾਫਿਕੇਸ਼ਨ ਤਾਂ ਹੈ ਨਹੀਂ। ਉੱਥੇ ਜੋ ਮੈਂ ਕਰਾ ਰਿਹਾ ਉਹੀ ਸਵਾਲ ਤਾਂ ਨਹੀਂ ਆਉਣਗੇ, ਕਨਸੈਪਚੁਅਲ ਸਵਾਲ ਆ ਰਹੇ ਨੇ। ਜੇਕਰ ਤੁਹਾਡੇ ਕਨਸੈਪਟਸ ਕਲੀਅਰ ਨੇ ਫਿਰ ਹੀ ਆਪਾਂ ਸਵਾਲਾਂ ਨੂੰ ਸੋਲਵ ਕਰ ਸਕਦੇ ਹਾਂ, ਹਨਾ। ਸੋ ਸਟਾਰਟ ਕਰਦੇ ਹਾਂ ਆਪਾਂ ਵੀਡੀਓ। ਅਗਰ ਤੁਹਾਨੂੰ ਇਹ ਕੰਟੈਂਟ ਵਧੀਆ ਲੱਗਦਾ ਤਾਂ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ, ਲਾਈਕ ਵੀ ਕਰਿਆ ਕਰੋ, ਕਮੈਂਟ ਕਰਕੇ ਵੀ ਦੱਸਿਆ ਕਰੋ ਕਿਵੇਂ ਦਾ ਲੱਗਿਆ, ਹਨਾ। ਤੇ ਜਿਹੜੇ ਬੱਚੇ ਨਵੇਂ, ਜਿਹੜੇ ਸਟੂਡੈਂਟਸ ਨਵੇਂ ਜੁੜੇ ਨੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਪ੍ਰੋਫਾਈਲ ਹੈ ਮੇਰਾ, ਸਾਰੇ ਜਾਣਦੇ ਹੋ। ਜਿਵੇਂ ਫਸਟ ਕੁਐਸਚਨ ਆਪਾਂ ਸਟਾਰਟ ਕਰਦੇ ਹਾਂ। ਕਹਿੰਦਾ what does 4G refers to in context of smartphone networks? 4G ਕੀ ਰੈਫਰ ਕਰਦਾ ਸਮਾਰਟਫੋਨ ਦੇ ਵਿੱਚ? ਆਪਾਂ ਨੂੰ ਪਤਾ ਵੀ 4th ਜਨਰੇਸ਼ਨ ਮੋਬਾਈਲ ਨੈਟਵਰਕ ਹੈ ਇਹ। ਆਨਸਰ ਇਹਦਾ ਪਹਿਲਾ ਹੈ। ਬਾਕੀ 4th ਜਨਰੇਸ਼ਨ ਆਫ ਸਮਾਰਟਫੋਨ ਇਹ ਵੀ ਨਹੀਂ ਹੈ, 4th ਜਨਰੇਸ਼ਨ ਆਫ ਕੈਮਰਾ ਇਹ ਵੀ ਨਹੀਂ ਹੈ। ਤਾਂ 4G ਰੈਫਰਸ ਟੂ 4th ਜਨਰੇਸ਼ਨ ਆਫ ਮੋਬਾਈਲ ਨੈਟਵਰਕਸ। ਤੇ ਜੇ ਆਪਾਂ ਫੈਕਟਸ ਦੀ ਗੱਲ ਕਰੀਏ, ਸੈਲੂਲਰ ਨੈਟਵਰਕਸ ਦੇ ਵਿੱਚ ਆਪਾਂ ਕੁਝ ਫੈਕਟਸ ਦੀ ਗੱਲ ਕਰੀਏ ਤਾਂ ਫਰਸਟ ਕਮਰਸ਼ੀਅਲ ਸੈਲੂਲਰ ਨੈਟਵਰਕ ਸੀ ਜਿਹੜਾ ਉਹ 1G ਸੀ, ਹਨਾ। 1G ਮੰਨਿਆ ਜਾਂਦਾ। ਇਹ ਸੀਗਾ 1979 ਦੇ ਵਿੱਚ ਜਾਪਾਨ ਦੇ ਵਿੱਚ ਇਹ ਲਾਂਚ ਕੀਤਾ ਸੀ ਤੇ ਐਨਾਲੌਗ ਸੀ। ਤੇ ਇਹ ਖਾਸ ਖਿਆਲ ਰੱਖਣਾ, ਪਹਿਲਾ ਜਿਹੜਾ ਸੈਲੂਲਰ ਨੈਟਵਰਕ ਸੀ ਉਹ ਐਨਾਲੌਗ ਸੀਗਾ, ਠੀਕ ਆ। ਤੇ ਕਿਹਦੇ ਦੁਆਰਾ, ਕਿਹੜੀ ਆਰਗੇਨਾਈਜੇਸ਼ਨ ਸੀ? ਨਿਪੋਨ ਟੈਲੀਗ੍ਰਾਫ ਐਂਡ ਟੈਲੀਫੋਨ, ਐਨਟੀਟੀ ਦੁਆਰਾ ਇਹ ਲਾਂਚ ਕੀਤਾ ਸੀ 1979 ਚ। ਇੰਪੋਰਟੈਂਟ ਹੈ। ਫਿਰ ਉਸ ਤੋਂ ਬਾਅਦ ਜਿਹੜਾ ਫਰਸਟ ਕਮਰਸ਼ੀਅਲ ਡਿਜੀਟਲ ਸੈਲੂਲਰ ਨੈਟਵਰਕ ਸੀ, ਜੇ ਪੁੱਛ ਲਏ ਫਰਸਟ ਕਮਰਸ਼ੀਅਲ ਸੈਲੂਲਰ ਨੈਟਵਰਕ, ਫਿਰ ਤਾਂ ਆਨਸਰ 1G ਹੈ। ਜੇ ਨਾਲ ਸ਼ਬਦ ਲਗਾ ਦੇ ਡਿਜੀਟਲ ਸੈਲੂਲਰ ਤਾਂ 2G ਤੋਂ ਬਾਅਦ ਸੀ ਜਿਹੜਾ ਇਹ ਡਿਜੀਟਲ ਹੋ ਗਿਆ ਸੀ। ਤਾਂ 2G ਨੂੰ ਆਪਾਂ ਕਵਾਂਗੇ ਵੀ ਜਿਹੜਾ ਇਹ ਡਿਜੀਟਲ ਸੈਲੂਲਰ ਨੈਟਵਰਕ ਸੀਗਾ। 1991 ਦੇ ਵਿੱਚ ਫਿਨਲੈਂਡ ਦੇ ਵਿੱਚ ਇਹ ਲਾਂਚ ਕੀਤਾ ਸੀ ਤੇ ਡਿਜੀਟਲ ਸੀਗਾ। ਰੇਡੀਓ ਲਿੰਜਾ ਨੈਟਵਰਕਸ ਦੁਆਰਾ ਇਹ ਲਾਂਚ ਕੀਤਾ ਸੀ। ਤਾਂ ਪਹਿਲੀ GSM ਦੀ ਕਾਲ ਸੀਗੀ ਜਿਹੜੀ ਵਰਲਡ ਦੀ, ਉਹ ਰੇਡੀਓ ਲਿੰਜਾ ਨੈਟਵਰਕਸ ਤੇ 1991 ਦੇ ਵਿੱਚ ਕਾਲ ਕੀਤੀ ਗਈ ਸੀ, ਠੀਕ ਹੈ। ਤੇ ਅੱਜ ਕੱਲ ਜਿਵੇਂ 5G ਚੱਲ ਰਿਹਾ, ਇਹਦੇ ਵਿੱਚੋਂ ਵੀ ਸਵਾਲ ਬਣ ਸਕਦਾ ਹੈ। 5G ਜਿਹੜਾ ਹੈ 5th ਜਨਰੇਸ਼ਨ ਸੈਲੂਲਰ ਨੈਟਵਰਕ ਟੈਕਨੋਲੋਜੀ ਹੈ ਤੇ ਇਹ 2019 ਦੇ ਵਿੱਚ ਡਿਪਲੋਏ ਕੀਤਾ ਗਿਆ ਪਹਿਲੀ ਵਾਰੀ। ਤੇ ਕਿਹੜੇ ਕੰਟਰੀ ਦੇ ਵਿੱਚ? ਸਾਊਥ ਕੋਰੀਆ ਨੇ ਅਪ੍ਰੈਲ 2019 ਦੇ ਵਿੱਚ ਪਹਿਲੀ ਵਾਰੀ ਡਿਪਲੋਏ ਕੀਤਾ। ਇਹ ਵੀ ਗੱਲ ਯਾਦ ਰੱਖਣੀ ਹੈ। ਤੇ ਇੰਡੀਆ ਦੇ ਵਿੱਚ ਕਰੰਟ 'ਚ ਸਵਾਲ ਵੈਸੇ ਤਾਂ ਮੈਨੂੰ ਨਹੀਂ ਲੱਗਦਾ 2022 ਦਾ ਕਰੰਟ ਹੈ, ਪਰ ਕਰੰਟ ਵੀ ਹੈਗੇ ਵੀ 2000 ਕਹਿ ਲਓ ਵੀ 20-21 ਦੇ ਪੁੱਛੇ ਜਾ ਰਹੇ, 21-22 ਦੇ, ਹਨਾ। ਤਾਂ ਉੱਥੇ ਇਹ ਬਣ ਸਕਦਾ ਹੈ ਵੀ 5G ਹੈਗਾ ਜਿਹੜਾ ਇੰਡੀਆ ਦੇ ਵਿੱਚ 2022 ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਲਾਂਚ ਕੀਤਾ ਸੀ, ਠੀਕ ਹੈ। ਪਹਿਲੇ ਕਿਹੜੇ ਨੈਟਵਰਕ ਸੀਗੇ ਜਾਂ ਸਰਵਿਸ ਪ੍ਰੋਵਾਈਡਰ ਸੀ? ਰਿਲਾਇੰਸ ਜੀਓ ਤੇ ਏਅਰਟੈਲ, ਜਿਨ੍ਹਾਂ ਦੁਆਰਾ ਇਹ 5G ਲਾਂਚ ਕੀਤਾ ਸੀ। ਅਗਲਾ ਸਵਾਲ ਕਹਿੰਦਾ what does GSM stands for in context of smartphone? GSM ਕੀ ਹੁੰਦਾ? GSM ਹੁੰਦਾ ਗਲੋਬਲ ਸਿਸਟਮ ਫॉर ਮੋਬਾਈਲ ਕਮਿਊਨੀਕੇਸ਼ਨ, ਜਰਨਲ ਸਮਾਰਟਫੋਨ ਮੈਨੇਜਮੈਂਟ, ਗ੍ਰੇਡ ਸਿਗਨਲ ਮੋਡੂਲੇਸ਼ਨ, ਗ੍ਰਾਫਿਕ ਐਂਡ ਸਾਊਂਡ ਮੈਨੂਪੂਲੇਸ਼ਨ। ਨਹੀਂ, ਪਹਿਲਾਂ ਹੀ ਹੁੰਦਾ ਗਲੋਬਲ ਸਿਸਟਮ ਫॉर ਮੋਬਾਈਲ ਕਮਿਊਨੀਕੇਸ਼ਨ, ਇਹ ਆ। ਤੇ GSM ਦੇ ਬਾਰੇ ਆਪਾਂ ਗੱਲ ਕਰੀਏ ਤਾਂ ਗਲੋਬਲ ਸਿਸਟਮ ਫॉर ਮੋਬਾਈਲ ਕਮਿਊਨੀਕੇਸ਼ਨ ਹੈ, ਸੈਕੰਡ ਜਨਰੇਸ਼ਨ ਹੈ। ਤੇ GSM ਜਿਹੜਾ ਹੈ ਸੈਕੰਡ ਜਨਰੇਸ਼ਨ ਡਿਜੀਟਲ ਸੈਲੂਲਰ ਨੈਟਵਰਕ ਟੈਕਨੋਲੋਜੀ that used for mobile phone and other wireless devices। ਕਲੀਅਰ ਹੋਈ ਗੱਲ? ਜਿਹੜਾ ਇਹ ਬਹੁਤ ਜ਼ਿਆਦਾ ਪਪੂਲਰ ਹੋਇਆ ਵਰਲਡ ਦੇ ਵਿੱਚ, 2 ਬਿਲੀਅਨ ਸਬਸਕ੍ਰਾਈਬਰ ਹੈ ਇਹਦੇ, ਹਨਾ। ਤੇ ਇਹਦੇ ਵਿੱਚ 2 ਮੇਨ ਡਿਵੀਜ਼ਨ ਯੂਜ਼ ਕੀਤੀਆਂ ਜਾਂਦੀਆਂ ਨੇ। ਐਬਰੀਵੇਸ਼ਨਾਂ ਕਈ ਵਾਰੀ ਪੁੱਛ ਲੈਂਦਾ, ਜਿਵੇਂ ਆਪਾਂ ਕਹਿ ਸਕਦੇ ਹਾਂ GSM ਯੂਜ਼ ਕੰਬੀਨੇਸ਼ਨ ਆਫ ਟਾਈਮ ਡਿਵੀਜ਼ਨ ਮਲਟੀਪਲ ਐਕਸੈਸ, ਯਾਨੀ ਕਿ TDMA, ਟਾਈਮ ਡਿਵੀਜ਼ਨ ਮਲਟੀਪਲ ਐਕਸੈਸ,
ਤੇ ਫ੍ਰੀਕੁਐਂਸੀ ਡਿਵੀਜ਼ਨ ਮਲਟੀਪਲ ਐਕਸੈਸ। ਇਹ ਦੋ ਟੈਕਨੋਲੋਜੀਆਂ ਨੇ ਜਿਹੜੀਆਂ ਸਪੈਕਟਰਮ ਨੂੰ ਡਿਵਾਈਡ ਕਰਨ ਦੇ ਲਈ ਯੂਜ਼ ਕੀਤੀਆਂ ਜਾਂਦੀਆਂ ਨੇ GSM ਦੇ ਵਿੱਚ, ਹੈ ਨਾ। ਇਹ ਜ਼ਿਆਦਾ ਡਿਟੇਲ 'ਚ ਹੋ ਜਾਊਗਾ। TDMA ਕੀ ਹੁੰਦਾ, FDMA ਕੀ ਹੁੰਦਾ, ਇੱਥੇ ਨਹੀਂ ਪੁੱਛਿਆ ਜਾਂਦਾ। ਜਦੋਂ ਆਪਾਂ ਸਬ ਇੰਸਪੈਕਟਰ ਦਾ ਕੋਰਸ ਲਾਂਚ ਕਰਾਂਗੇ ਉਹਦੇ ਵਿੱਚ ਇਹ ਚੀਜ਼ਾਂ ਡਿਟੇਲ ਦੇ ਵਿੱਚ ਕਰਾਂਗੇ। ਤੁਹਾਡੇ 'ਚੋਂ ਕਾਫੀ ਸਟੂਡੈਂਟਸ ਹੋਣਗੇ ਜਿਹੜੇ ਪਹਿਲਾਂ ਵੀ ਆਪਣੇ ਤੋਂ ਪੜ੍ਹੇ ਨੇ, ਹੈ ਨਾ, ਕੰਪਿਊਟਰ ਦੇ ਬੱਚਿਆਂ ਦੇ ਮੈਨੂੰ ਮੈਸੇਜ ਵੀ ਆ ਰਿਹਾ ਵੀ ਆਪਾਂ ਸਬ ਇੰਸਪੈਕਟਰ ਦਾ 2024 ਦਾ ਕੋਰਸ ਲਾਂਚ ਕਰੀਏ। ਬਹੁਤ ਜਲਦੀ ਆਪਾਂ ਸਬ ਇੰਸਪੈਕਟਰ ਦਾ ਤੇ ਆਉਣ ਵਾਲੇ ਕਾਂਸਟੇਬਲ ਦੇ ਪੇਪਰ ਦੇ ਲਈ ਕੰਪਿਊਟਰ ਦਾ ਸਪੈਸੀਫਿਕ ਕੋਰਸ ਵਿਦ ਥਿਊਰੀ ਨੋਟਸ, MCQ ਟਾਈਪ ਸਾਰਾ ਕੁਝ ਹੀ ਜਿਹਦੇ ਵਿੱਚ ਇਨਕਲੂਡਡ ਹੋਊਗਾ। ਬਹੁਤ ਜਲਦੀ ਆਪਾਂ ਲਾਂਚ ਕਰਾਂਗੇ ਤੇ ਬਹੁਤ ਡਿਟੇਲ 'ਚ ਕੋਰਸ ਹੋਊਗਾ। ਉਹ ਇਹ ਨਹੀਂ ਹੋਊਗਾ ਵੀ ਉੱਪਰੋਂ ਆਪਾਂ ਮੋਟਾ ਜਿਹਾ ਪੜ੍ਹ ਕੇ ਚੱਲ ਜਾਈਏ, ਕਿਉਂਕਿ ਅੱਜ ਕੱਲ੍ਹ ਜਿਹੜਾ ਹੈ ਸਮਾਂ ਚੇਂਜ ਹੋਣ ਦੇ ਨਾਲ, ਕੰਪੀਟੀਸ਼ਨ ਵਧਣ ਦੇ ਨਾਲ ਕੋਈ ਵੀ ਟੌਪਿਕ ਹੈ ਸਾਨੂੰ ਕਨਸੈਪਚੁਅਲੀ ਡੀਪ ਦੇ ਵਿੱਚ ਪੜ੍ਹਨਾ ਚਾਹੀਦਾ। ਜੇ ਸਾਡੀ ਨੌਲੇਜ ਸਾਊਂਡ ਹੋਊਗੀ ਤਾਂ ਹੀ ਅਸੀਂ ਸਵਾਲਾਂ ਨੂੰ ਉੱਥੇ ਆਨਸਰ ਕਰ ਸਕਦੇ ਹਾਂ। ਅਦਰਵਾਈਜ਼ ਐਵੇਂ ਸਮਾਂ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ। ਪੈਸਾ ਵੀ ਖਰਾਬ ਕਰਦੇ ਹਾਂ ਆਪਾਂ, ਸਮਾਂ ਵੀ ਖਰਾਬ ਕਰਦੇ ਹਾਂ, ਹੈ ਨਾ। ਸੋ ਉੱਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਸਲਾਹ ਦਊਂਗਾ ਵੀ ਕਿਸੇ ਵੀ ਚੀਜ਼ ਨੂੰ ਪੜ੍ਹਨਾ ਤਾਂ ਡੂੰਘਾਈ 'ਚ ਪੜ੍ਹੋ। ਐਵੇਂ ਉੱਤੋਂ ਇਕੱਲੇ ਸਵਾਲ ਲਗਾ ਕੇ, ਹੁਣ ਮੈਂ ਵੀ ਬਣਾ ਸਕਦਾ ਸੀ ਮੈਰਾਥਨ 300 ਸਵਾਲ ਚੱਕਿਆ ਤੁਹਾਨੂੰ ਕਰਾ ਦਿੰਦਾ, ਕੋਈ ਫਾਇਦਾ ਨਹੀਂ ਉਹਨਾਂ ਚੀਜ਼ਾਂ ਦਾ ਮੈਨੂੰ ਲੱਗਦਾ। ਠੀਕ ਹੈ, ਚਲੋ ਆਪਣੀ ਕੁਛ ਜੇ ਕਨਸੈਪਟ ਨੌਲੇਜ ਪੂਰੀ ਡੀਪ ਦੇ ਵਿੱਚ ਹੈਗੀ ਆ ਫਿਰ ਰਿਵੀਜ਼ਨ ਪਰਪਸ ਦੇ ਲਈ ਮੈਰਾਥਨ ਠੀਕ ਹੁੰਦੀ ਆ। ਅਦਰਵਾਈਜ਼ ਜੇ ਸਾਡੀ ਕਨਸੈਪਟ ਨੌਲੇਜ ਥੋੜੀ ਜਿਹੀ ਵੀਕ ਹੈ ਤਾਂ ਫਿਰ ਮੈਰਾਥਨ ਦਾ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ, ਕਿਉਂਕਿ ਹੁਣ ਸਿੱਧੇ ਸਵਾਲ ਨਹੀਂ ਆਉਂਦੇ। ਅਗਲਾ, this allow multiple user to share the same spectrum without interfering each other। ਤਾਂ ਇੱਕੋ ਹੀ ਨੈਟਵਰਕ ਦੇ ਵਿੱਚ ਮਲਟੀਪਲ ਯੂਜ਼ਰ ਨੇ ਜਿਹੜੇ ਉਹ ਸ਼ੇਅਰ ਕਰ ਸਕਦੇ ਨੇ। ਤੇ ਕੁਛ ਆਪਾਂ ਦੇਖ ਲੈਂਦੇ ਹਾਂ ਐਬਰੀਵੇਸ਼ਨਾਂ ਹੋਰ ਪੁੱਛ ਸਕਦਾ ਕਿਹੜੀਆਂ ਟੈਕਨੋਲੋਜੀ 3G ਤੇ 4G ਦੇ ਵਿੱਚ ਯੂਜ਼ ਹੁੰਦੀਆਂ ਨੇ। UMTS ਯੂਨੀਵਰਸਲ ਮੋਬਾਈਲ ਟੈਲੀਕਮਿਊਨੀਕੇਸ਼ਨ ਸਿਸਟਮ, CDMA, ਹੈ ਨਾ। ਕੋਡ ਡਿਵੀਜ਼ਨ ਮਲਟੀਪਲ ਐਕਸੈਸ ਹੁੰਦਾ CDMA 2000। WCDMA ਵਾਈਡ ਬੈਂਡ ਕੋਡ ਡਿਵੀਜ਼ਨ ਮਲਟੀਪਲ ਐਕਸੈਸ। 4G ਦੇ ਵਿੱਚ LTE, ਇਹਦੀ ਐਬਰੀਵੇਸ਼ਨ ਬਣ ਸਕਦੀ ਹੈ, ਇੰਪੋਰਟੈਂਟ ਹੈ। ਲੌਂਗ ਟਰਮ ਐਵੋਲਿਊਸ਼ਨ। WiMAX ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਈ ਵਾਰੀ ਪੁੱਛੀ ਵੀ ਹੈ। ਵਰਲਡ ਵਾਈਡ ਇੰਟਰਪ੍ਰੀਟੇਬਿਲਿਟੀ ਫॉर ਮਾਈਕ੍ਰੋਵੇਵ ਐਕਸੈਸ। ਉਵੇਂ ਹੀ LTE ਐਡਵਾਂਸ ਤੇ LTE ਐਡਵਾਂਸਡ ਪ੍ਰੋ, ਇਹ ਟੈਕਨੋਲੋਜੀਆਂ ਨੇ। ਅੱਜ ਕੱਲ੍ਹ 5G ਹੈ, 5G ਦੇ ਵਿੱਚ ਵੀ ਬਹੁਤ ਸਾਰੀਆਂ ਟੈਕਨੋਲੋਜੀਜ਼ ਨੇ, ਇੰਨੀਆਂ ਜ਼ਿਆਦਾ ਇੰਪੋਰਟੈਂਟ ਨਹੀਂ। ਆਉਣ ਵਾਲੇ ਸਮੇਂ 'ਚ ਤੁਸੀਂ ਇਹਨਾਂ ਬਾਰੇ ਜ਼ਰੂਰ ਪੜ੍ਹੋਗੇ, ਹਜੇ ਤਾਂ ਨਵਾਂ ਹੀ ਲਾਂਚ ਹੋਇਆ ਨਾ। ਆਉਣ ਵਾਲੇ ਸਮੇਂ 1-2 ਸਾਲਾਂ ਦੇ ਵਿੱਚ ਇਹਦੇ 'ਚੋਂ ਵੀ ਸਵਾਲ ਪੁੱਛੇ ਜਾਣਗੇ। ਮਿਲੀਮੀਟਰ ਵੇਵ ਸਪੈਕਟਰਮ, ਸਬ 6 ਗੀਗਾਹਰਟ ਸਪੈਕਟਰਮ, ਮੈਸਿਵ MIMO, ਮਲਟੀਪਲ ਇਨਪੁਟ ਤੇ ਮਲਟੀਪਲ ਆਊਟਪੁੱਟ, ਬੀਮ ਫਾਰਮਿੰਗ, ਨੈਟਵਰਕ ਸਲਾਈਸਿੰਗ, ਐਜ ਕੰਪਿਊਟਿੰਗ, ਡਾਇਨਾਮਿਕ ਸਪੈਕਟਰਮ ਸ਼ੇਅਰਿੰਗ, ਫੁੱਲ ਡੁਪਲੈਕਸ, ਨੈਟਵਰਕ ਫੰਕਸ਼ਨ ਵਰਚੁਅਲਾਈਜੇਸ਼ਨ, ਅਲਟਰਾ ਰਿਲਾਇਬਲ ਲੋ ਲੇਟੈਂਸੀ ਕਮਿਊਨੀਕੇਸ਼ਨ ਤੇ ਡਾਇਨਾਮਿਕ TD ਟਾਈਮ ਡਿਵੀਜ਼ਨ ਡੁਪਲੈਕਸਿੰਗ। ਇਹ ਇੱਕ ਤਾਂ ਇਹਦੀ ਐਬਰੀਵੇਸ਼ਨ ਯਾਦ ਰੱਖ ਲਿਓ, TDD ਟਾਈਮ ਡਿਵੀਜ਼ਨ ਡੁਪਲੈਕਸਿੰਗ। ਇੱਕ ਮੀਮੋ ਜੇ ਯਾਦ ਰਹਿ ਸਕਦਾ, ਠੀਕ ਹੈ। ਇੱਕ ਮਾਈਮ ਹੁੰਦਾ, ਤੁਹਾਨੂੰ ਸ਼ਾਇਦ ਈਮੇਲ ਦੇ ਵਿੱਚ ਪੜ੍ਹਿਆ ਹੋਵੇ, MIME। ਇਹ ਹੁੰਦਾ ਮਲਟੀਪਰਪਜ਼ ਇੰਟਰਨੈਟ ਮੇਲ ਐਕਸਟੈਂਸ਼ਨ, ਲਿਖ ਸਕਦੇ ਹੋ ਮਲਟੀਪਰਪਜ਼ ਇੰਟਰਨੈਟ ਮੇਲ ਐਕਸਟੈਂਸ਼ਨ। ਇਹ ਮੀਮੋ ਆ, ਮਾਈਮ ਹੁੰਦਾ। ਈਮੇਲ ਦੇ ਵਿੱਚ ਐਕਸਟੈਂਸ਼ਨ ਲਈ ਪਹਿਲਾਂ ਸਿਰਫ ਆਪਾਂ ਟੈਕਸਟ ਹੀ ਭੇਜ ਸਕਦੇ ਸੀ, ਫਿਰ ਇਸ ਦੇ ਵਿੱਚ ਆਡੀਓ ਵੀਡੀਓ ਈਮੇਲ ਦੇ ਵਿੱਚ ਸਾਰਾ ਕੁਝ ਵਿਦ ਦੀ ਹੈਲਪ ਆਫ ਮਾਈਮ ਆਪਾਂ ਭੇਜ ਸਕਦੇ ਸੀ, ਠੀਕ ਹੈ। ਸੋ ਅਗਲਾ ਸਵਾਲ ਹੈ, which component of smartphone is responsible for processing data and running application। ਜਿਹੜਾ ਕਹਿੰਦਾ ਡੇਟਾ ਦੀ ਪ੍ਰੋਸੈਸਿੰਗ ਕਰਨ ਵਾਸਤੇ ਤੇ ਐਪਲੀਕੇਸ਼ਨ ਰਨ ਕਰਨ ਵਾਸਤੇ ਬੈਟਰੀ, ਕੈਮਰਾ, ਪ੍ਰੋਸੈਸਰ ਤੇ ਰੈਮ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਪ੍ਰੋਸੈਸਰ ਹੁੰਦਾ ਕੰਪਿਊਟਰ ਦੇ ਵਿੱਚ, ਇਹਨੂੰ ਆਪਾਂ CPU ਬੋਲਦੇ ਹਾਂ, ਸੈਂਟਰਲ ਪ੍ਰੋਸੈਸਿੰਗ ਯੂਨਿਟ। ਅਗਲਾ ਸਵਾਲ, what is the primary function of an accelerometer in a smartphone। ਐਕਸਲਰੋਮੀਟਰ ਹੀ, ਹਾਂ ਐਕਸਲਰੋਮੀਟਰ। ਐਕਸਲਰੇਟਰ ਆਪਾਂ ਕਾਰਾਂ ਗੱਡੀਆਂ ਦੇ ਵਿੱਚ ਐਕਸਲਰੇਟਰ ਨਹੀਂ ਪ੍ਰੈਸ ਕਰਦੇ ਜਿਹਦੇ ਨਾਲ ਸਪੀਡ ਹੁੰਦੀ ਹੈ ਨਾ, ਤਾਂ ਉਵੇਂ ਹੀ ਐਕਸਲਰੋਮੀਟਰ ਹੈ। ਤਾਂ ਮੈਜ਼ਰ ਦੀ ਐਟਮੋਸਫੇਰਿਕ ਪ੍ਰੈਸ਼ਰ ਨਹੀਂ, ਮੈਜ਼ਰ ਐਂਬੀਐਂਟ ਟੈਂਪਰੇਚਰ ਨਹੀਂ, ਡਿਟੈਕਟ ਮੋਸ਼ਨ ਐਂਡ ਓਰੀਐਂਟੇਸ਼ਨ, ਮੈਜ਼ਰ ਲਾਈਟ ਇੰਟੈਂਸਿਟੀ। ਤਾਂ ਇਹਦਾ C ਆਨਸਰ ਹੈ, ਡਿਟੈਕਟ ਮੋਸ਼ਨ ਐਂਡ ਓਰੀਐਂਟੇਸ਼ਨ। ਤੇ ਬਹੁਤ ਸਾਰੇ ਸੈਂਸਰਸ ਨੇ ਜਿਹੜੇ ਸਮਾਰਟਫੋਨ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ, ਆਪਾਂ ਕੱਲਾ ਕਰਕੇ ਸਾਰੇ ਦੇਖ ਲੈਂਦੇ ਹਾਂ। ਐਕਸਲਰੋਮੀਟਰ ਕੀ ਹੁੰਦਾ ਹੈ, ਮੈਜ਼ਰ ਐਕਸਲਰੇਸ਼ਨ ਫੋਰਸ। ਐਕਸਲਰੇਸ਼ਨ ਹੁੰਦਾ ਹੈ ਰੇਟ ਆਫ ਚੇਂਜ ਆਫ ਵੈਲੋਸਿਟੀ, ਜਾਂ ਉਹਦੀ ਡਿਸਟੈਂਸ ਤਾਂ ਨਹੀਂ ਕਹਾਂਗੇ, ਉਹਦਾ ਮੋਸ਼ਨ ਚੇਂਜ ਹੋਣਾ। ਇੱਕ ਆਬਜੈਕਟ ਇੱਥੇ ਆ, ਰੇਟ ਦਾ ਮਤਲਬ 1 ਮਿੰਟ ਤੇ ਇੱਥੇ ਸੀ, 2 ਇੱਧਰ ਨੂੰ ਮੂਵ ਕਰ ਰਿਹਾ, ਇਹ 2 ਮਿੰਟ ਦੂਜੇ ਮਿੰਟ ਤੇ ਇੱਥੇ ਆ ਗਿਆ,
इधर ਨੂੰ ਜਾ ਰਿਹਾ, ਤੀਜੇ ਮਿੰਟ ਤੇ ਇੱਥੇ ਆ ਰਿਹਾ, ਤਾਂ ਰੇਟ ਆਫ ਚੇਂਜ ਆਫ ਪੋਜੀਸ਼ਨ ਆਫ ਆਬਜੈਕਟ, ਤਾਂ ਕਿਸੇ ਟਾਈਮ ਰੇਟ ਹੁੰਦਾ ਟਾਈਮ ਦੇ ਲਈ, ਟਾਈਮ ਦੇ ਨਾਲ ਕਿਸੇ ਆਬਜੈਕਟਸ ਦੀ ਪੋਜੀਸ਼ਨ ਚੇਂਜ ਹੋ ਰਹੀ, ਉਹਨੂੰ ਐਕਸਲਰੇਸ਼ਨ ਬੋਲਦੇ ਨੇ। ਐਕਸਲਰੋਮੀਟਰ ਕਾਹਦੇ ਲਈ ਹੁੰਦਾ? ਐਕਸਲਰੇਸ਼ਨ ਫੋਰਸ ਅਨੇਬਲਿੰਗ ਫੀਚਰ ਲਾਈਕ auto rotate when phone is turned sideways and detecting device movement and gesture, device ਦੀ movement ਵਗੈਰਾ ਦੇ ਲਈ ਐਕਸਲਰੋਮੀਟਰ ਹੁੰਦਾ ਆਪਣੇ ਕੋਲ, ਠੀਕ ਆ। ਫਿਰ ਆ ਗਿਆ ਗਾਇਰੋਸਕੋਪ, ਗਾਇਰੋਸਕੋਪ ਹੀ, ਹਾਂ ਗਾਇਰੋਸਕੋਪ, ਮੈਜ਼ਰ ਦੀ ਫੋਨ ਓਰੀਐਂਟੇਸ਼ਨ ਐਂਡ ਐਂਗੂਲਰ ਵੈਲੋਸਿਟੀ। ਦੇਖੋ ਜਿਹੜਾ ਐਕਸਲਰੋਮੀਟਰ ਹੁੰਦਾ ਇਹ ਲੀਨੀਅਰ ਵੈਲੋਸਿਟੀ ਨੂੰ ਦੇਖਦਾ, ਤੇ ਗਾਇਰੋਸਕੋਪ ਹੈਗਾ ਜਿਹੜਾ ਐਂਗੂਲਰ ਵੈਲੋਸਿਟੀ ਨੂੰ। ਐਨਹਾਂਸਿੰਗ ਗੇਮਿੰਗ ਐਂਡ ਆਗੂਮੈਂਟਡ ਰਿਐਲਿਟੀ ਐਕਸਪੀਰੀਅੰਸ। ਆਗੂਮੈਂਟਡ ਰਿਐਲਿਟੀ ਦੀ ਗੱਲ ਆਪਾਂ ਅੱਗੇ ਕਿਸੇ ਹੋਰ ਪਾਰਟ ਦੇ ਵਿੱਚ ਕਰਾਂਗੇ। ਆਗੂਮੈਂਟਡ ਰਿਐਲਿਟੀ ਕੀ ਹੁੰਦੀ ਹੈ ਮੋਬਾਈਲ ਫੋਨ ਦੇ ਵਿੱਚ, ਹਨਾ। ਤਾਂ ਐਕਸਲਰੋਮੀਟਰ ਮੈਜ਼ਰ ਲੀਨੀਅਰ ਐਕਸਲਰੇਸ਼ਨ, ਵਾਈਲ ਗਾਇਰੋਸਕੋਪ ਮੈਜ਼ਰ ਦੀ ਐਂਗੂਲਰ ਵੈਲੋਸਿਟੀ। ਦੋਨਾਂ ਚ ਆਪਾਂ ਖਿਆਲ ਰੱਖਣਾ ਖਾਸ, ਠੀਕ ਹੈ। फिर हो गया proximity sensor, detect when phone is close to an object such as during phone call, to turn off the screen when phone is held to the ear। ਜਦੋਂ ਆਪਾਂ ਕੰਨ ਦੇ ਨੇੜੇ ਫੋਨ ਲੈ ਕੇ ਜਾਂਦੇ ਆ ਤਾਂ ਫੋਨ ਦਾ ਜਿਹੜਾ ਸੈਂਸਰ ਆ ਉਹ ਡਿਟੈਕਟ ਕਰਦਾ ਵੀ ਆਬਜੈਕਟ ਨੇੜੇ ਆ ਗਿਆ ਤੇ ਨਾਲ ਦੀ ਨਾਲ ਉਹ ਕੀ ਲਾਈਟ ਆਫ ਕਰ ਦਿੰਦਾ। ਵੈਸੇ ਵੀ ਆਪਾਂ ਜੇ ਰਿਕਾਰਡਿੰਗ ਸੁਣਦੇ ਆ ਫੋਨ ਦਾ ਕੰਨ ਕੋਲੇ ਕਰ ਲੈਂਦੇ ਤਾਂ ਉਹ ਬੰਦ ਕਰ ਦਿੰਦਾ, ਉਹ ਪ੍ਰੋਕਸੀਮਿਟੀ ਸੈਂਸਰ ਹੁੰਦਾ। ਅਗਲਾ ਹੋ ਗਿਆ ਐਂਬੀਐਂਟ ਲਾਈਟ ਸੈਂਸਰ, ਇਹ ਐਡਜਸਟ ਕਰਦਾ ਬ੍ਰਾਈਟਨੈਸ, ਆਟੋ ਬ੍ਰਾਈਟਨੈਸ ਅੱਜ ਕੱਲ ਫੋਨਾਂ ਚ ਆਉਂਦਾ ਹੈ ਨਾ। ਮੈਗਨੈਟੋਮੀਟਰ ਜਿਹਨੂੰ ਕੰਪਾਸ ਵੀ ਬੋਲਦੇ ਆ, ਇਹ ਮੈਗਨੈਟਿਕ ਫੀਲਡ, ਅਰਥ ਦੀ ਮੈਗਨੈਟਿਕ ਫੀਲਡ ਨੂੰ ਡਿਟੈਕਟ ਕਰਦਾ, ਠੀਕ ਆ। ਫਿਰ ਆ ਗਿਆ ਆਪਣੇ ਕੋਲੇ ਬੈਰੋਮੀਟਰ, ਬੈਰੋਮੀਟਰ ਹੈ ਜਿਹੜਾ ਐਟਮੋਸਫੀਅਰਿਕ ਪ੍ਰੈਸ਼ਰ ਨੂੰ ਮੈਜ਼ਰ ਕਰਦਾ। ਇਹ ਤੁਸੀਂ ਸਾਇੰਸ ਐਂਡ ਟੈਕ ਦੇ ਵਿੱਚ ਵੀ ਪੜ੍ਹੇ ਹੋਣਗੇ, ਇਹ ਉਹੀ ਨਾਮ ਨੇ ਜਿਹੜੇ ਮੀਟਰ ਯੂਜ਼ ਕੀਤੇ ਜਾਂਦੇ ਨੇ, ਬਸ ਇੱਥੇ ਸੈਂਸਰ ਕਹਿ ਸਕਦੇ ਆਪਾਂ। GPS ਗਲੋਬਲ ਪੋਜੀਸ਼ਨਿੰਗ ਸਿਸਟਮ ਜਿਹੜਾ ਸੈਟੇਲਾਈਟ ਸਿਸਟਮ ਦੁਆਰਾ ਲੋਕੇਸ਼ਨ ਦਿੰਦਾ ਆਪਾਂ ਨੂੰ, ਤੇ ਫਿੰਗਰਪ੍ਰਿੰਟ ਸੈਂਸਰ ਜਿਹੜਾ ਅਨਲੌਕਿੰਗ ਤੇ ਲੌਕਿੰਗ ਅਥੈਂਟੀਕੇਸ਼ਨ ਦੇ ਲਈ ਯੂਜ਼ ਕੀਤਾ ਜਾਂਦਾ। ਫੇਸ ਰਿਕੋਗਨੀਸ਼ਨ ਵੀ ਸੈਂਸਰ ਹੁੰਦਾ, ਫੇਸ ਨੂੰ ਰਿਕੋਗਨਾਈਜ਼ ਕਰਦਾ, ਇਹ ਵੀ ਲੌਕ ਤੇ ਅਨਲੌਕ ਲਈ ਯੂਜ਼ ਕੀਤਾ ਜਾਂਦਾ। IR ਸੈਂਸਰ, ਇਨਫਰਾਰੈਡ ਬਲਾਸਟਰ, ਇਹ ਵੀ ਆਪਣੇ ਕੋਲੇ ਇਹ ਜਿਵੇਂ ਆਪਣਾ ਫੋਨ ਹੁੰਦਾ ਇੱਕ ਰਿਮੋਟ ਦੀ ਤਰ੍ਹਾਂ ਨਹੀਂ ਕੰਮ ਕਰਨ ਲੱਗ ਜਾਂਦਾ, AC TV ਤੇ ਆਪਣਾ ਫੋਨ ਹੀ ਆਪਾਂ ਰਿਮੋਟ ਦੀ ਤਰ੍ਹਾਂ ਬਿਹੇਵ ਕਰ ਲੈਂਦੇ ਤਾਂ ਇਹ ਸੈਂਸਰ ਕਰਕੇ ਹੁੰਦਾ, IR ਕਰਕੇ, ਠੀਕ ਆ। ਇਸ ਤੋਂ ਇਲਾਵਾ ਟੈਂਪਰੇਚਰ ਸੈਂਸਰ ਹੋ ਗਏ ਜਿਹੜੇ ਟੈਂਪਰੇਚਰ, ਹਿਊਮਿਡਿਟੀ ਵਾਸਤੇ ਹਿਊਮਿਡਿਟੀ ਸੈਂਸਰ, ਹਰਟ ਰੇਟ ਵਾਸਤੇ ਹਰਟ ਰੇਟ ਸੈਂਸਰ, UV ਅਲਟਰਾ ਵਾਇਲਟ ਹੁੰਦਾ ਜਿਹੜਾ ਸਨ ਐਕਸਪੋਜ਼ਰ ਨੂੰ ਡਿਟੈਕਟ ਕਰਦਾ ਤੇ ਪ੍ਰੋਟੈਕਟ ਕਰਦਾ। ਪੈਡੋਮੀਟਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਜਿਹਨੂੰ ਆਪਾਂ ਸਟੈਪ ਕਾਊਂਟ ਕਰਦੇ ਹਾਂ। ਗੂਗਲ ਦਾ ਆਉਂਦਾ ਇੱਕ ਗੂਗਲ ਫਿਟ ਐਪਲੀਕੇਸ਼ਨ, ਡਾਊਨਲੋਡ ਕਰਿਓ, ਬੜੀ ਵਧੀਆ ਗੂਗਲ ਫਿਟ, ਠੀਕ ਹੈ। ਇਹ ਵਾਕ ਕਰਨ ਦੇ ਲਈ ਜ਼ਿਆਦਾ ਵਧੀਆ ਹੈ ਵੈਸੇ ਵੀ, ਜਦੋਂ ਜੇ ਤੁਹਾਡਾ ਸਿਟਿੰਗ ਦਾ ਜਿਵੇਂ ਸਾਡਾ ਜ਼ਿਆਦਾ ਕੰਮ ਹੈ ਲੈਪਟਾਪ ਤੇ ਸਿਟਿੰਗ ਵਾਲਾ ਹੈ ਨਾ, ਤੇ ਜਦੋਂ ਤੁਹਾਡਾ ਸਿਟਿੰਗ ਦਾ ਕੰਮ ਹੋਵੇ ਤੁਹਾਨੂੰ ਵਾਕ ਭੁੱਲ ਹੀ ਜਾਂਦੀ ਹੈ ਬੰਦੇ ਨੂੰ, ਤਾਂ ਉਹਦੇ ਲਈ ਤੁਸੀਂ ਇਹ ਗੂਗਲ ਫਿਟ ਵਰਗੀਆਂ ਐਪਲੀਕੇਸ਼ਨਾਂ ਕਰਕੇ ਰੱਖੋਗੇ, ਫਿਰ ਤਾਂ ਆਪਾਂ ਟਾਰਗੇਟ ਲਾ ਲੈਂਦੇ ਆ ਵੀ ਇੰਨੇ ਸਟੈਪ ਅਸੀਂ ਕਾਊਂਟ ਕਰਨੇ ਹੀ ਕਰਨੇ ਆ, ਤਾਂ ਉਹਦੇ ਵਾਸਤੇ ਇਹ ਵਧੀਆ। ਤਾਂ ਪੈਡੋਮੀਟਰ ਹੁੰਦਾ, ਕੋਈ ਸ਼ੂ ਲੇਸਿਸ ਵਾਲਾ ਵੀ ਆਉਂਦਾ ਜਿਹੜਾ ਫੀਤੇ ਆਪਣੇ ਬੂਟ ਦੇ ਫੀਤੇ ਨਾਲ ਬੰਨਿਆ ਜਾਂਦਾ, ਤਾਂ ਇਹ ਪੈਡੋਮੀਟਰ ਹੁੰਦਾ, ਠੀਕ ਹੈ। ਸੋ ਮੈਨੂੰ ਲੱਗਦਾ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਗੱਲ। ਤਾਂ ਇਹ ਸੀ ਹੈ ਡਿਟੈਕਟ ਮੋਸ਼ਨ ਐਂਡ ਓਰੀਐਂਟੇਸ਼ਨ, ਐਕਸਲਰੋਮੀਟਰ ਦਾ ਮੋਸ਼ਨ ਐਂਡ ਓਰੀਐਂਟੇਸ਼ਨ। ਅਗਲਾ ਸਵਾਲ ਹੈ, which wireless technology allows smartphone to exchange data over short distance। ਕਿਹੜੀ ਕਹਿੰਦਾ ਵਾਇਰਲੈਸ ਟੈਕਨੋਲੋਜੀ ਹੈ, ਵੀ ਬਹੁਤ ਵਧੀਆ ਸਵਾਲ ਹੈ, ਮੇਰਾ ਫੇਵਰੇਟ ਕੁਐਸਚਨ ਹੈ ਇਹ, ਕਿਉਂਕਿ ਮੈਂ ਇਹਦੇ ਚ ਟੈਕਨੋਲੋਜੀ ਦੱਸੂਗਾ ਤੁਹਾਨੂੰ, ਕਾਫੀ ਜਣਿਆਂ ਨੂੰ ਪਤਾ ਵੀ ਹੋਣੀ, ਕਾਫੀ ਨੂੰ ਨਹੀਂ ਪਤਾ ਹੋਣਾ, ਹਨਾ। ਜਿਹੜਾ ਸ਼ਾਰਟ ਡਿਸਟੈਂਸ ਤੇ ਡੇਟਾ ਦਾ ਐਕਸਚੇਂਜ ਕਰਦਾ ਸਮਾਰਟਫੋਨ ਦੇ ਵਿੱਚ। ਹਾਂ ਇੱਕ ਗੱਲ ਹੋਰ, ਜੇਕਰ ਤੁਸੀਂ ਸਮਾਰਟਫੋਨ ਵਾਲੀ ਸਾਰੀ ਸੀਰੀਜ਼ ਦੇਖੋਗੇ ਤਾਂ ਆਈ ਐਮ ਸ਼ੋਰ ਕਿ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਹੋਣਗੀਆਂ, ਪਰ ਉਹਦੇ ਬਾਰੇ ਗੰਧਲਾ ਜਿਹਾ ਹੋਣਾ ਵੀ ਜ਼ਿਆਦਾ ਕਲੈਰਿਟੀ ਨਹੀਂ ਹੋਣੀ। ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਜਦੋਂ ਅਗਲੀ ਵਾਰੀ ਫੋਨ ਖਰੀਦੋਗੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜੋ ਦਿੱਤੀਆਂ ਹੋਣਗੀਆਂ ਸਾਨੂੰ ਪਤਾ ਲੱਗ ਜਾਣਗੀਆਂ। ਨਹੀਂ ਤਾਂ ਹੁਣ ਅਸੀਂ ਕੀ ਚੈੱਕ ਕਰਦੇ ਹਾਂ, ਅਸੀਂ ਇਹ ਚੈੱਕ ਕਰਦੇ ਹਾਂ ਕਿੰਨੇ GB ਹੈ ਬਸ ਫੋਨ, ਜਾਂ ਕੈਮਰਾ ਚੈੱਕ ਕਰਦੇ ਹਾਂ 464 ਹੈ ਜਾਂ 8128 ਹੈ, 256 ਹੈ, ਕੈਮਰਾ 128 ਹੈ, ਦੋ ਤਿੰਨ ਚੀਜ਼ਾਂ ਦੇਖਦੇ ਆ ਨਾ, ਬੈਟਰੀ ਦੇਖ ਲੈਂਦੇ 5000 ਐਂਪੀਅਰ ਦੀ ਹੈ, ਹੋਰ ਚੀਜ਼ਾਂ ਦਾ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ। ਸੈਂਸਰ ਕਿਹੜੇ ਕਿਹੜੇ ਨੇ, ਕਿੰਨੇ ਸੈਂਸਰ ਨੇ, ਕਿਵੇਂ ਮੋਸ਼ਨ ਡਿਟੈਕਸ਼ਨ ਹੈ, ਕਿਵੇਂ ਉਹਦੀ ਡਿਸਪਲੇ ਹੈ। ਜੇਕਰ ਤੁਸੀਂ ਪੂਰੀ ਸੀਰੀਜ਼ ਦੇਖੋਗੇ, ਵੈਸੇ ਵੀ ਪੇਪਰ ਨਹੀਂ ਦੇ ਕੇ ਆ ਰਹੇ ਜਿਹੜੇ ਸਟੂਡੈਂਟ ਜਾਂ ਜਿਨ੍ਹਾਂ ਦਾ ਹੋ ਗਿਆ, ਤਾਂ ਤੁਸੀਂ ਦੇਖੋਗੇ ਕਿ ਆਮ ਸ਼ੋਰ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੋਊਗਾ, ਅਪਡੇਟ ਕਰਾਂਗੇ ਆਪਾਂ ਨੌਲੇਜ, ਠੀਕ ਹੈ। ਬਾਕੀ ਕੁਝ ਹੋਰ ਤੁਹਾਨੂੰ ਲੱਗਦਾ ਵੀ ਇਸ ਸੀਰੀਜ਼ ਦੇ ਵਿੱਚ ਇਸ ਤਰੀਕੇ ਨਾਲ ਬਦਲਾਅ ਹੋਣਾ ਚਾਹੀਦਾ, ਤਾਂ ਪਾਰਟਿਸਿਪੇਸ਼ਨ ਤੁਹਾਡੀ ਜ਼ਰੂਰੀ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ, ਠੀਕ ਹੈ। ਐਕਸਚੇਂਜ ਕਰਨ ਦੇ ਲਈ ਸ਼ਾਰਟ ਡਿਸਟੈਂਸ ਤੇ ਕਿਹੜੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ? GPS ਨਹੀਂ ਹੁੰਦਾ, ਗਲੋਬਲ ਪੋਜੀਸ਼ਨਿੰਗ
ਸਿਸਟਮ ਲੋਕੇਸ਼ਨ ਵਾਸਤੇ ਹੁੰਦਾ ਹੈ। NFC ਦੇਖਦੇ ਆ। LTE ਆਪਾਂ ਹੁਣੀ ਪੜ੍ਹ ਕੇ ਆ, ਲੌਂਗ ਟਰਮ ਐਵੋਲਿਊਸ਼ਨ, ਹਨਾ, ਜਿਹੜਾ ਕਿ ਮੇਨ 4G ਦੇ ਵਿੱਚ ਯੂਜ਼ ਕੀਤਾ ਜਾਂਦਾ ਇੰਟਰਨੈਟ ਵਾਸਤੇ। ਵਾਈਫਾਈ, ਵਾਇਰਲੈਸ ਫਿਡਿਲਿਟੀ, ਇਹ ਵੀ ਆਪਣਾ ਇੰਟਰਨੈਟ ਵਾਸਤੇ ਹੁੰਦਾ। ਤਾਂ ਇੱਕੋ ਹੀ ਚੀਜ਼ ਬਚੀ, ਆਨਸਰ B ਹੈ NFC। ਬਟ NFC ਹੈਗਾ ਕੀ ਆ? ਐਬਰੀਵੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੀਅਰ ਫੀਲਡ ਕਮਿਊਨੀਕੇਸ਼ਨ। It is a wireless communication technology that allows device to exchange data and perform action when they are brought into close proximity, typically within a few centimeter। ਜਦੋਂ ਆਪਾਂ ਕਿਸੇ ਵੀ ਡਿਵਾਈਸ ਨੂੰ ਫੋਨ ਦੇ ਨੇੜੇ ਲੈ ਕੇ ਆਉਣੇ ਆ ਤਾਂ ਉਹ ਕਮਿਊਨੀਕੇਸ਼ਨ ਸਟੈਬਲਿਸ਼ ਕਰਦਾ, ਡੇਟਾ ਐਕਸਚੇਂਜ ਕਰਦਾ। ਬਹੁਤ ਨੇੜੇ ਹੋਊਗਾ ਤਾਂ ਉੱਥੇ ਉਹ ਕੰਮ ਕਰਦਾ। ਜਿਵੇਂ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਕੰਟੈਕਟਲੈਸ ਕਾਰਡ ਨਹੀਂ ਆ ਗਏ ਪੇਮੈਂਟ ਦੇ ਲਈ, ਜਿਵੇਂ ਆਪਣਾ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਹੁੰਦਾ, ਤੇ ਅੱਜ ਕੱਲ੍ਹ ਬਿਲਕੁਲ ਨੇੜੇ ਕਰਕੇ ਆਪਾਂ ਟੱਪ ਜਾਂਦੇ ਹਾਂ। ਜਾਂ ਆਪਾਂ ਦੇਖਦੇ ਹਾਂ ਵੀ ਆਪਾਂ ਮੈਟਰੋ ਸਟੇਸ਼ਨ ਤੇ ਜਾਂਦੇ ਹਾਂ, ਉੱਥੇ ਆਪਣੇ ਕੋਲ ਟੋਕਨ ਹੁੰਦਾ ਹੈ, ਉਹ ਟੋਕਨ ਆਪਾਂ ਨੇੜੇ ਕਰ ਦਿੰਦੇ ਹਾਂ ਉੱਥੇ ਤੇ ਉਹ ਗੇਟ ਖੁੱਲ ਜਾਂਦੇ ਨੇ। ਉੱਥੇ ਕਿਹੜੀ ਟੈਕਨੋਲੋਜੀ ਯੂਜ਼ ਹੁੰਦੀ ਹੈ? NFC, ਨੀਅਰ ਫੀਲਡ ਕਮਿਊਨੀਕੇਸ਼ਨ। ਕਈਆਂ ਦੇ ਪਰਸ ਦੇ ਵਿੱਚ ਕਾਰਡ ਪਾਇਆ ਹੁੰਦਾ, ਉਹ ਪਰਸ ਜਿਹਾ ਹੀ ਨਾਲ ਲਾ ਦਿੰਦੇ ਨੇ। ਤਾਂ ਉਹ ਤੁਸੀਂ ਦੇਖੀਆਂ ਹੋਣਗੀਆਂ ਚੀਜ਼ਾਂ, ਤੁਹਾਨੂੰ ਪਤਾ ਹੋਊਗਾ, ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਕਿਹੜੀ ਟੈਕਨੋਲੋਜੀ ਹੈ। ਤਾਂ ਨੀਅਰ ਫੀਲਡ ਕਮਿਊਨੀਕੇਸ਼ਨ ਉਹ ਇਹਦਾ ਫਿਊਚਰ ਹੈ। ਬਹੁਤ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਚੀਜ਼ਾਂ ਤੁਸੀਂ NFC ਦੇ ਨਾਲ ਜੁੜੀਆਂ ਹੋਈਆਂ ਦੇਖੋਗੇ, ਠੀਕ ਹੈ। ਤਾਂ ਕਰਕੇ ਧਿਆਨ ਨਾਲ ਪੜਾਂਗੇ ਆਪਾਂ ਨੂੰ। NFC is commonly used in smartphone and other device for variety of application due to the convenience, security and ease of use। ਇਹਨੂੰ ਵਰਤਣਾ ਸੌਖਾ ਹੈ। ਇਹ ਸਬਸੈਟ ਹੈਗਾ RFID ਦਾ, ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ। ਜਿਵੇਂ ਆਪਾਂ ਫਾਸਟ ਟੈਗ ਦੇਖਦੇ ਹਾਂ, ਟੋਲ ਪਲਾਜ਼ਾ ਤੋਂ ਲੰਘਦੇ ਹਾਂ ਤਾਂ ਆਪਣੇ ਇੱਕ ਟੈਗ ਲੱਗਿਆ ਹੁੰਦਾ ਫਾਸਟ ਟੈਗ ਸਟ੍ਰਿਕਰ, ਤਾਂ ਦੂਜੇ ਪਾਸੇ RFID ਲੱਗਿਆ ਹੁੰਦਾ ਹੈ, ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ। RF ਜਿਹੜਾ ਉਸ ਨੂੰ ਡਿਟੈਕਟ ਕਰਦਾ ਤੇ ਉਹਦੇ ਨਾਲ ਮੈਚ ਕਰ ਜਾਂਦਾ, ਉਹਦੇ ਵਿੱਚੋਂ ਪੈਸੇ ਕੱਟ ਜਾਂਦੇ ਨੇ। RFID ਦਾ ਹੀ ਇਹ ਸਬ ਫੀਲਡ ਹੈ NFC, ਠੀਕ ਹੈ। ਇਟ ਆਪਰੇਟਸ ਔਨ ਪ੍ਰਿੰਸੀਪਲ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਚਲੋ ਇਹ ਆਪਾਂ ਨੂੰ ਜ਼ਰੂਰਤ ਨਹੀਂ ਹੈ, ਜਿਹੜੇ ਬੱਚਿਆਂ ਨੇ ਫਿਜ਼ਿਕਸ ਪੜ੍ਹੀ ਉਹਨਾਂ ਨੂੰ ਜ਼ਰੂਰ ਪਤਾ ਹੋਣਾ ਵੀ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਕੀ ਹੁੰਦੀ ਹੈ। ਰੇਡੀਓ ਵੇਵਸ ਟੂ ਅਨੇਬਲ ਕਮਿਊਨੀਕੇਸ਼ਨ ਬਿਟਵੀਨ ਡਿਵਾਈਸ, ਇਹ ਛੱਡ ਸਕਦੇ ਹੋ ਤੁਸੀਂ। NFC ਅਲਾਉਸ ਟੂ ਵੇ ਕਮਿਊਨੀਕੇਸ਼ਨ, ਇਹ ਦੋ ਤਰੀਕੇ ਦਾ ਕਮਿਊਨੀਕੇਸ਼ਨ ਕਰ ਸਕਦਾ ਕਿ ਵਨ ਵੇ ਕਮਿਊਨੀਕੇਸ਼ਨ ਹੁੰਦਾ, ਜਿਵੇਂ ਵਨ ਵੇ ਰੋਡ ਹੁੰਦਾ, ਇੱਕੋ ਪਾਸੇ ਜਾ ਹੀ ਸਕਦੇ ਆ। ਟੂ ਵੇ ਆ ਵੀ ਸਕਦੇ ਆ, ਜਾ ਵੀ ਸਕਦੇ ਆ। ਵੇਅਰ ਵਨ ਡਿਵਾਈਸ ਐਕਟਸ ਐਜ਼ ਦੀ ਇਨੀਸ਼ੀਏਟਰ ਸੈਂਡਿੰਗ ਡਿਵਾਈਸ ਐਂਡ ਅਦਰ ਡਿਵਾਈਸ ਟਾਰਗੇਟ ਰਿਸੀਵਿੰਗ ਡਿਵਾਈਸ ਵਿਦ ਡੇਟਾ ਬੀਇੰਗ ਐਕਸਚੇਂਜ ਵੈਨ ਡਿਵਾਈਸ ਆਰ ਬ੍ਰੌਟ ਇਨਟੂ ਕਲੋਜ਼ ਪ੍ਰੋਕਸੀਮਿਟੀ। ਜਦੋਂ ਸਪੈਸੀਫਾਈਡ ਰੇਂਜ ਦੇ ਵਿੱਚ ਡਿਵਾਈਸ ਆ ਜਾਂਦੇ ਨੇ ਤਾਂ ਉਹ ਆਪਣਾ ਡੇਟਾ ਟ੍ਰਾਂਸਫਰ ਕਰਦੇ ਨੇ। ਹੁਣ NFC ਦੀਆਂ ਐਪਲੀਕੇਸ਼ਨਾਂ ਨੇ ਬਹੁਤ ਸਾਰੀਆਂ। ਮੋਬਾਈਲ ਪੇਮੈਂਟ ਹੈ, ਜਿਵੇਂ NFC enable secure contactless payment। contactless payment, ਕੰਟੈਕਟ ਦੇ ਨਾਲ ਤਾਂ ਇਹ ਹੋ ਗਿਆ ਵੀ ਸਾਨੂੰ ਵਿੱਚ ਪਾਉਣਾ ਪੈਂਦਾ ਉਹ ਕਾਰਡ, ਡੈਬਿਟ ਤੇ ਐਡਮਿਟ ਕਾਰਡ ਨਹੀਂ, ਡੈਬਿਟ ਕਾਰਡ, ਐਡਮਿਟ ਕਾਰਡ ਦਾ ਤੁਹਾਡਾ ਡਾਊਨਲੋਡ ਹੋਊਗਾ, ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ। ਇਹ ਬਿਨਾਂ ਕੰਟੈਕਟ ਕਰੇ ਹੀ ਜਿਹੜਾ ਅਸੀਂ ਪੇਮੈਂਟ ਕਰਦੇ ਹਾਂ ਕੰਟੈਕਟਲੈਸ ਹੈ। ਥਰੂ ਦਾ ਸਰਵਿਸ ਲਾਈਕ ਐਪਲ ਪੇ, ਗੂਗਲ ਪੇ ਐਂਡ ਸੈਮਸੰਗ ਪੇ, ਯੂਜ਼ਰ ਕੈਨ ਸਟੋਰ ਦੇਅਰ ਕ੍ਰੈਡਿਟ ਕਾਰਡ ਔਰ ਪੇਮੈਂਟ ਇਨਫੋਰਮੇਸ਼ਨ ਔਨ ਦੇਅਰ ਸਮਾਰਟਫੋਨ। ਸਮਾਰਟਫੋਨ ਦੇ ਵਿੱਚ ਹੀ ਇਨਫੋਰਮੇਸ਼ਨ ਭਰੀ ਜਾਊਗੀ। ਮੇਕ ਪੇਮੈਂਟ ਟੈਪਿੰਗ ਦੇਅਰ ਡਿਵਾਈਸ ਨੀਅਰ ਕੰਪੈਟੇਬਲ ਪੇਮੈਂਟ ਟਰਮੀਨਲ। ਉੱਥੇ ਆਪਾਂ ਨੇੜੇ ਲਿਜਾ ਕੇ ਟੈਪ ਕਰ ਦਾਂਗੇ ਤੇ ਉੱਥੋਂ ਇਹ ਪੇਮੈਂਟ ਹੋ ਜਾਂਦੀ ਹੈ। ਦੂਸਰਾ ਹੁੰਦਾ ਬਲੂਟੁੱਥ ਪੇਅਰਿੰਗ। ਬਲੂਟੁੱਥ ਪੇਅਰਿੰਗ ਨੂੰ ਵੀ ਇਹ ਈਜ਼ੀ ਕਰ ਦਿੰਦਾ। ਅੱਜ ਕੱਲ੍ਹ ਜੇ ਤੁਸੀਂ ਥੋੜੇ ਜਿਹੇ ਮਹਿੰਗੇ ਹੈੱਡਫੋਨ ਖਰੀਦਦੇ ਹੋ ਜਾਂ ਤੁਹਾਡੇ ਕੋਲ ਐਪਲ ਦਾ ਫੋਨ ਹੈ ਤਾਂ ਉਹ ਪੇਅਰਿੰਗ ਬੜੀ ਜਲਦੀ ਕਰ ਦਿੰਦਾ। ਪਰ ਪੁਰਾਣੇ ਸਮੇਂ ਦੇ ਵਿੱਚ ਜੇ ਅਸੀਂ ਬਲੂਟੁੱਥ ਵਾਲੇ ਹੈੱਡਫੋਨ ਕਵਾਂਗੇ ਖਰੀਦਦੇ ਸੀ ਤਾਂ ਉਹ ਬੜਾ ਟਾਈਮ ਲਾਉਂਦੇ ਸੀ ਪੇਅਰਿੰਗ ਤੇ ਅੱਜ ਕੱਲ੍ਹ ਬੜੀ ਸੌਖੀ ਪੇਅਰਿੰਗ ਹੋ ਜਾਂਦੀ ਹੈ। 2-3 ਡਿਵਾਈਸ ਨਾਲ ਵੀ ਹੋ ਜਾਂਦੀ ਹੈ, ਬਸ ਮਾੜਾ ਜਿਹਾ ਟਾਈਪ ਕਰੋ ਜਾਂ ਨੇੜੇ ਲੈ ਜਾਓ, ਨਾਲ ਦੀ ਨਾਲ ਪੇਅਰਿੰਗ ਹੋ ਜਾਂਦੀ ਹੈ। ਤਾਂ ਉੱਥੇ ਵੀ ਕਿਹੜੀ ਟੈਕਨੋਲੋਜੀ ਹੈ? NFC ਹੈ। ਆ ਗਿਆ ਨਾ ਨਜ਼ਾਰਾ, ਜਾਂ ਤੁਹਾਨੂੰ ਪਤਾ ਲੱਗ ਗਿਆ ਹੁਣ ਵੀ ਕਿਵੇਂ ਹੋ ਰਹੀਆਂ ਪਿੱਛੋਂ ਚੀਜ਼ਾਂ, ਕਿਵੇਂ ਕੰਮ ਕਰ ਰਹੀਆਂ। ਤਾਂ ਥੋੜਾ ਜਿਹਾ ਟੈਕਨੀਕਲੀ ਸਾਨੂੰ ਅਪਡੇਟ ਰਹਿਣਾ ਚਾਹੀਦਾ ਚੀਜ਼ਾਂ ਦੇ ਵਿੱਚ। ਕੱਲ੍ਹ ਨੂੰ ਅਸੀਂ ਫੋਨ ਖਰੀਦਣਾ, ਕੋਈ ਵੀ ਗੈਜਟਸ ਖਰੀਦਣਾ ਇਲੈਕਟ੍ਰੋਨਿਕਸ ਦੇ, ਤਾਂ ਉਹਨਾਂ ਚੀਜ਼ਾਂ ਦੇ ਵਿੱਚ ਇਹ ਸਾਨੂੰ ਪਤਾ ਹੋਣਾ ਚਾਹੀਦਾ, ਤਾਂ ਅਸੀਂ ਜ਼ਿਆਦਾ ਉਹਦਾ ਵਰਥ ਹੋ ਸਕਦੇ ਨੇ। ਵੀ ਜੇ ਅਸੀਂ ਫੋਨ ਤੇ ਪੈਸੇ ਲਾਉਣੇ ਆ ਤਾਂ ਤੁਸੀਂ ਚੈੱਕ ਕਰੋਗੇ ਵੀ NFC ਟੈਕਨੋਲੋਜੀ ਵੈਸੇ ਤਾਂ ਸਭ 'ਚ ਹੀ ਹੈ ਫੋਨ 'ਚ, ਵੀ ਹੈਗਾ ਕਿ ਹੈ ਨਹੀਂ ਹੈ, ਤਾਂ ਇਹਨੂੰ ਯੂਜ਼ ਕਿਵੇਂ ਕਰਨਾ, ਠੀਕ ਆ। ਅਗਲਾ ਹੈ ਡੇਟਾ ਟ੍ਰਾਂਸਫਰ ਕਰ ਸਕਦੇ ਆ। ਜਦੋਂ ਆਪਾਂ ਨੇੜੇ ਡਿਵਾਈਸ ਲੈ ਕੇ ਆਵਾਂਗੇ ਉਵੇਂ ਡੇਟਾ ਟ੍ਰਾਂਸਫਰ ਕਰ ਦੂਗਾ। ਐਕਸੈਸ ਕੰਟਰੋਲ, ਵੀ ਆਪਾਂ ਅਨਲੌਕ ਕਰ ਸਕਦੇ ਹਾਂ ਡੋਰ ਵਗੈਰਾ। ਇਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਜਿਵੇਂ ਆਪਾਂ ਮੈਟਰੋ ਸਟੇਸ਼ਨ ਤੇ ਜਾਂਦੇ ਹਾਂ, ਜੇਕਰ ਟਿਕਟ ਹੈਗੀ ਹੈ ਤਾਂ ਉਹਦੇ ਨਾਲ ਅਨਲੌਕ ਹੁੰਦੇ ਨੇ। ਸਿਕਿਉਰ ਏਰੀਆ ਦੇ ਵਿੱਚ ਐਂਟਰ ਕਰਨ ਦੇ ਲਈ ਜੇਕਰ ਅਸੀਂ ਇਹ ਲਗਾਇਆ ਹੋਇਆ ਹੈ ਨਾ, ਤਾਂ ਉੱਥੇ ਵੀ ਇਹ ਵਰਤ ਸਕਦੇ ਹਾਂ ਆਪਾਂ। ਫਿਰ ਸਮਾਰਟ ਟੈਗਸ, ਕੁਝ ਆਬਜੈਕਟਸ ਤੇ ਆਪਾਂ ਟੈਗ ਲਗਾ ਸਕਦੇ ਹਾਂ। ਜਿਵੇਂ ਕਾਰ ਤੇ ਆਪਾਂ ਟੈਗ ਲਗਾਤਾ ਇੱਕ, ਉਹ ਟੈਗ ਦੇ ਵਿੱਚ ਸਾਰੀ ਇਨਫੋਰਮੇਸ਼ਨ ਹੈ। ਸਾਡੇ ਫੋਨ ਦੇ ਵਿੱਚ ਹੀ ਉਹਦਾ ਬਟਨ ਹੈ ਸਟਾਰਟ ਦਾ। ਅੱਜ ਕੱਲ੍ਹ ਕਾਰਾਂ ਨੇ ਜਿਹੜੀਆਂ ਬਟਨ ਤੇ ਸਟਾਰਟ ਨੇ ਨਾ, ਜਦੋਂ ਹੀ ਅਸੀਂ ਫੋਨ ਨੇੜੇ ਲੈ ਜਾਵਾਂਗੇ
ਉਹ ਆਬਜੈਕਟਸ ਜਿੱਥੇ ਉਹ ਟੈਗ ਲੱਗਿਆ ਹੋਊਗਾ NFC ਟੈਗ ਤਾਂ ਨੇੜੇ ਚਲਾ ਗਿਆ ਤੇ ਉਦੋਂ ਉਹ ਸਟਾਰਟ ਹੋਊਗੀ। ਤਾਂ ਹੋਰ ਕੋਈ ਵੀ ਬੰਦਾ ਕਾਰ ਨੂੰ ਸਟਾਰਟ ਹੀ ਨਹੀਂ ਕਰ ਸਕਦਾ। ਇਹ ਤਾਂ ਹੋ ਸਕਦਾ ਵੀ ਸਾਡਾ ਕੋਈ ਬੰਦਾ ਫੋਨ ਚੋਰੀ ਕਰ ਲਿਆ ਹੋਵੇ ਤੇ ਕਾਰ ਦੇ ਨੇੜੇ ਲਿਆ ਕੇ ਕਰਦੇ ਤੇ ਕਾਰ ਸਟਾਰਟ ਹੋ ਜੂਗੀ। ਅਦਰਵਾਈਜ਼ ਜੇ ਅਸੀਂ NFC ਟੈਗ ਦੇ ਨਾਲ ਅਨੇਬਲ ਕਰਤੀ ਕਾਰ ਦੀ ਸਟਾਰਟਿੰਗ ਤਾਂ ਕੋਈ ਵੀ ਬੰਦਾ ਫਿਰ ਕਾਰ ਨੂੰ ਚਲਾ ਨਹੀਂ ਸਕਦਾ। ਸੋ ਇਸ ਤਰੀਕੇ ਦੀ ਸਮਾਰਟ ਟੈਗਸ ਯੂਜ਼ ਕੀਤੇ ਜਾਂਦੇ ਨੇ। ਠੀਕ ਹੈ, ਸਮਾਰਟ ਸਿਟੀ ਦਾ ਕਨਸੈਪਟ ਇਹੀ ਆ। ਹੋਰ ਸੜਕਾਂ ਬਣਾਉਣੀਆਂ, ਕੋਈ ਟਰੈਕ ਬਣਾਉਣੇ, ਉਹ ਸਮਾਰਟ ਸਿਟੀ ਥੋੜਾ ਹੁੰਦੀ ਹੈਗੀ। ਸੋ ਇਹ ਵਾਲੀਆਂ ਟੈਕਨੋਲੋਜੀ IoT ਯੂਜ਼ ਕਰਨਾ। IoT ਹੁੰਦਾ ਇੰਟਰਨੈਟ ਆਫ ਥਿੰਗਸ, ਐਬਰੀਵੇਸ਼ਨ ਯਾਦ ਰੱਖ ਲਿਓ। ਇਹ ਵਾਲੀ ਟੈਕਨੋਲੋਜੀ ਜਿਵੇਂ ਸਾਡੇ AC, ਕੂਲਰ, ਫ੍ਰਿਜ ਸਾਰੇ ਇੰਟਰਨੈਟ ਤੇ ਹੋ ਗਏ। ਬਾਹਰੋਂ ਬੈਠੇ ਜੇ ਅੱਧਾ ਘੰਟਾ ਪਹਿਲਾਂ ਅਸੀਂ AC ਚਲਾ ਸਕਦੇ ਹਾਂ। ਫ੍ਰਿਜ ਦੇ ਵਿੱਚ ਦੁੱਧ ਪਿਆ ਹੈ, ਆਈਸਕ੍ਰੀਮ ਪਈ ਹੈ, ਜੇ ਸਾਨੂੰ ਲੱਗਦਾ ਵੀ ਪ੍ਰੋਡਕਟਸ ਘਟ ਗਏ ਤਾਂ ਆਟੋਮੇਟ ਲੱਗਿਆ ਹੋਇਆ, ਉਹਨਾਂ ਨੇ ਵੇਰਕਾ ਵਾਲਿਆਂ ਨੂੰ ਮੈਸੇਜ ਭੇਜਣਾ ਵੀ ਪ੍ਰੋਡਕਟਸ ਘਟ ਗਏ ਤੇ ਵੇਰਕਾ ਵਾਲਿਆਂ ਨੇ ਸਮਾਨ ਰੱਖਣਾ ਡਰੋਨ ਤੇ ਡਰੋਨ ਸਾਡੇ ਘਰੇ ਆ ਕੇ ਸਮਾਨ ਦੇ ਜੂਗਾ। ਇਹ ਕਾਨਸੈਪਟ ਹੈ IoT ਦਾ। ਵੈਸੇ ਮੈਨੂੰ ਨਹੀਂ ਲੱਗਦਾ ਸਾਡੇ ਇੰਡੀਆ ਦੇ ਵਿੱਚ ਡਰੋਨ ਨਾਲ ਚੀਜ਼ਾਂ ਚੱਲਣਗੀਆਂ, ਕਿਉਂਕਿ ਸਾਡੇ ਤਾਂ ਜਿਹੜੇ ਹਿਸਾਬ ਨਾਲ ਲੋਕ ਹੈਗੇ ਨੇ ਡਲੇ ਮਾਰ ਕੇ ਡਰੋਨ ਸੱਟ ਲੈਣਗੇ ਹਨਾ, ਨਾਲੇ ਡਰੋਨ ਰੱਖਣਗੇ ਨਾਲੇ ਸਮਾਨ। ਠੀਕ ਹੈ, ਸੋ ਇੱਥੇ ਯੂਜ਼ ਕੀਤਾ ਜਾਂਦਾ। ਪਬਲਿਕ ਟਰਾਂਸਪੋਰਟ ਮੈਂ ਪਹਿਲਾਂ ਹੀ ਦੱਸ ਚੁੱਕਿਆ, ਬੱਸਾਂ ਬੁੱਸਾਂ ਦੇ ਵਿੱਚ ਜਿਵੇਂ ਫੋਰਨ ਜਿਹੜੇ ਬੰਦੇ ਕੈਨੇਡਾ ਕਨੂਡਾ ਜਾਂਦੇ ਆ, ਆਪਣੇ ਚਲੋ ਇਹ ਚੀਜ਼ਾਂ ਅਨੇਬਲ ਨਹੀਂ ਹੈਗੀਆਂ। ਤੁਸੀਂ ਉੱਥੇ ਕੋਈ ਕੰਡਕਟਰ ਨਹੀਂ ਹੁੰਦਾ, ਸਿੱਧਾ ਹੀ ਆਪਣਾ ਕੰਟੈਕਟਲੈਸ ਕਾਰਡ ਨੇੜੇ ਕਰੋ, ਪੇਮੈਂਟ ਆਟੋਮੈਟ ਹੋ ਜਾਂਦੀ ਹੈ। ਈਵੈਂਟ ਟਿਕਟਿੰਗ, ਕਿਸੇ ਈਵੈਂਟ 'ਚ ਜਾ ਰਹੇ ਹੋ, ਉੱਥੇ ਟਿਕਟ ਤੁਹਾਡੀ ਲਾਉਣੀ ਹੈ ਤਾਂ ਉੱਥੇ ਆਪੇ ਹੀ ਅਟੈਂਡੀਜ਼ ਹੁੰਦੇ ਨੇ ਜਿਹੜੇ ਉਹ ਨੇੜੇ ਕਰ ਦਿੰਦੇ ਬੰਦੇ ਐਂਟਰੀ ਗੇਟ ਤੇ ਉਹਨੂੰ ਐਂਟਰੀ ਮਿਲ ਜਾਂਦੀ ਹੈ। ਅਥੈਂਟੀਕੇਸ਼ਨ ਐਂਡ ਸਿਕਿਉਰਿਟੀ, ਕਿਸੇ ਦੇ ਵਿੱਚ ਐਂਟਰ ਕਰਨਾ, ਯੂਨੀਵਰਸਿਟੀ ਦੇ ਗੇਟ ਤੇ ਐਂਟਰੀ ਹੈ, ਉਹੀ ਚੀਜ਼ ਹੈ। ਸਿਕਿਉਰਿਟੀ ਦੇ ਲਈ 2 ਫੈਕਟਰ ਅਥੈਂਟੀਕੇਸ਼ਨ ਹੈ, NFC ਦੇ ਦੁਆਰਾ ਜਲਦੀ ਹੋ ਜਾਂਦੀ ਹੈ, ਸਾਨੂੰ ਪਾਸਵਰਡ ਭਰਨ ਦੀ ਲੋੜ ਨਹੀਂ। ਸੋ ਇਹ ਸੀਗੀਆਂ ਸਾਰੀਆਂ ਟੈਕਨੀਕਸ NFC ਦੀਆਂ। ਤਾਂ ਹੁਣ ਸਵਾਲ ਪੜ੍ਹਦੇ ਹਾਂ ਦੁਬਾਰੇ, which wireless technology allows smartphone to exchange data over short distance? ਤਾਂ ਕਿਹੜੀ ਟੈਕਨੋਲੋਜੀ ਅਲਾਉ ਕਰਦੀ ਹੈ? NFC। ਠੀਕ ਹੈ, ਸੋ ਆਨਸਰ ਹੁਣ ਕਲੀਅਰ ਹੋ ਗਿਆ ਹੋਣਾ, ਹੁਣ ਨਹੀਂ ਭੁੱਲਣਾ। ਤੇ NFC ਦੀ ਐਬਰੀਵੇਸ਼ਨ ਪੁੱਛ ਲਏ ਤਾਂ ਨੀਅਰ ਫੀਲਡ ਕਮਿਊਨੀਕੇਸ਼ਨ। ਅਗਲਾ ਸਵਾਲ, which operating system is developed by Apple and used in iPhone? iPhone ਦੇ ਵਿੱਚ ਕਿਹੜਾ ਆਪਰੇਟਿੰਗ ਸਿਸਟਮ ਯੂਜ਼ ਕੀਤਾ ਜਾਂਦਾ? ਤੇ ਐਪਲ। ਐਂਡਰੋਇਡ ਨਹੀਂ ਹੈਗਾ, ਵਿੰਡੋ ਮੋਬਾਈਲ ਨਹੀਂ ਹੈਗਾ, ਬਲੈਕਬਰੀ ਨਹੀਂ ਹੈਗਾ, iOS। ਤਾਂ ਆਨਸਰ ਹੈਗਾ C, iOS। ਐਪਲ ਦੇ ਵਿੱਚ iOS ਯੂਜ਼ ਕੀਤਾ ਜਾਂਦਾ। ਹੁਣ ਹੋਰ ਵੀ ਬਹੁਤ ਸਾਰੇ ਆਪਰੇਟਿੰਗ ਸਿਸਟਮ ਨੇ, ਜਿਵੇਂ ਐਂਡਰੋਇਡ ਹੈ, ਗੂਗਲ ਦੁਆਰਾ ਡਿਵੈਲਪ ਕੀਤਾ ਸੀ। ਵੈਸੇ ਗੂਗਲ ਨੇ ਇਹਨੂੰ ਕਹਿ ਲਓ ਵੀ ਅਕਵਾਇਰ ਕੀਤਾ ਸੀ। ਮੈਂ ਪੁਰਾਣੀਆਂ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਹੋਇਆ, ਜੇ ਤੁਸੀਂ ਗ੍ਰੈਂਡ ਸੀਰੀਜ਼ ਦੇਖੋਗੇ ਉਹਨਾਂ 'ਚ ਇਹ ਡਿਟੇਲ ਦੇ ਵਿੱਚ ਹੈਗੀਆਂ ਨੇ ਚੀਜ਼ਾਂ। ਸਬ ਇੰਸਪੈਕਟਰ ਵਾਲੇ ਪੇਪਰ ਦੇ ਵਿੱਚ ਵੀ ਆਪਾਂ ਕਰਾਇਆ ਸੀ ਡਿਟੇਲ ਦੇ ਵਿੱਚ, ਹਨਾ। ਵੈਸੇ ਇਹ ਹੋਰ ਬੰਦਿਆਂ ਨੇ ਬਣਾਇਆ ਸੀ, 3-4 ਬੰਦਿਆਂ ਨੇ, ਗੂਗਲ ਨੇ ਇਹਨੂੰ ਅਕਵਾਇਰਡ ਕੀਤਾ ਸੀ। ਸੋ ਇਸ ਤੋਂ ਪਹਿਲਾਂ ਵਾਲਾ ਜਿਹੜਾ ਆਪਾਂ ਚੀਰ ਫਾੜ ਕੀਤੀ ਸੀ ਸਵਾਲਾਂ ਦੀ, ਉਹਦੇ ਵਿੱਚ ਵੀ ਸ਼ਾਇਦ ਮੈਨੂੰ ਲੱਗਦਾ ਯਾਦ ਹੈ ਮੈਂ ਉੱਥੇ ਦੱਸਿਆ ਸੀ ਵੀ ਐਂਡਰੋਇਡ ਨੂੰ ਕਿਹੜੇ ਕਿਹੜੇ ਡਿਵੈਲਪਰ ਸੀ। ਇੱਥੇ ਮੇਨ ਗੂਗਲ ਹੀ ਕਵਾਂਗੇ ਆਪਾਂ। iOS ਐਪਲ ਦਾ ਸੀ। ਵਿੰਡੋ ਫੋਨ ਸੀ ਜਿਹੜੇ ਡਿਸਕੰਟੀਨਿਊਡ ਹੋ ਗਿਆ, ਮਾਈਕਰੋਸਾਫਟ ਨੇ ਬਣਾਇਆ ਸੀਗਾ। ਵਿੰਡੋ ਫੋਨ ਨਾ ਕਹੋ, ਵਿੰਡੋ OS ਫੋਨ ਵਾਸਤੇ। ਸਿੰਬੀਅਨ OS ਨੋਕੀਆ ਨੇ ਬਣਾਇਆ ਸੀ ਫੀਚਰ ਫੋਨਾਂ ਵਾਸਤੇ, ਡਿਸਕੰਟੀਨਿਊਡ ਹੋ ਗਿਆ। ਕਾਈਓਐਸ ਸੀਗਾ, ਕਾਈਓਸ ਟੈਕਨੋਲੋਜੀ ਬਲੈਕਬਰੀ ਦਾ ਆਪਣਾ OS ਸੀ, ਡਿਸਕੰਟੀਨਿਊਡ ਹੋ ਗਿਆ। ਟਾਈਜ਼ਨ ਸੀਗਾ ਜਿਹੜਾ ਸੈਮਸੰਗ ਦਾ ਸੀਗਾ, ਲਿਨਕਸ ਫਾਊਂਡੇਸ਼ਨ ਦੇ ਅੰਡਰ ਆਉਂਦਾ ਸੀ। ਸੇਲਫਿਸ਼ OS ਜੋਲਾ ਦਾ ਸੀ। ਠੀਕ ਹੈ, ਸੋ ਇਹ ਯਾਦ ਰੱਖਣੇ ਨੇ, ਸਕਰੀਨਸ਼ਾਟ ਲੈ ਸਕਦੇ ਹੋ, ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਅਗਲਾ, what is the purpose of SIM card in a smartphone? ਦੇਖੋ ਕਿੱਡਾ ਸੌਖਾ ਸਵਾਲ ਹੈ, ਇਹ ਵੀ ਪੁੱਛਿਆ ਜਾਂਦਾ। ਟੂ ਇੰਪਰੂਵ ਬੈਟਰੀ ਲਾਈਫ ਨਹੀਂ, ਟੂ ਪ੍ਰੋਵਾਈਡ ਐਕਸੈਸ ਟੂ ਵਾਈਫਾਈ ਨੈਟਵਰਕ ਨਹੀਂ, ਟੂ ਸਟੋਰ ਕੰਟੈਕਟ ਇਨਫੋਰਮੇਸ਼ਨ। ਬੇਸ਼ੱਕ ਕੰਟੈਕਟ ਇਨਫੋਰਮੇਸ਼ਨ ਸਟੋਰ ਹੁੰਦੀ ਹੈ, ਪਰ ਕੱਲੇ ਕੰਟੈਕਟ ਸਟੋਰ ਕਰਨ ਵਾਸਤੇ ਸਿਮ ਥੋੜਾ ਪਾਉਣੇ ਅਸੀਂ। ਟੂ ਕਨੈਕਟ ਟੂ ਸੈਲੂਲਰ ਨੈਟਵਰਕ, ਹਾਂ ਜਦੋਂ ਸੈਲੂਲਰ ਨੈਟਵਰਕ ਨਾਲ ਕਨੈਕਟ ਹੋ ਗਏ ਫਿਰ ਕੰਟੈਕਟ ਸਟੋਰ ਕਰ ਸਕਦੇ ਆ। ਤਾਂ ਕਈ ਵਾਰੀ ਸਾਨੂੰ ਐਗਜ਼ਾਮ ਦੇ ਵਿੱਚ ਇਹ ਲੱਗਣ ਲੱਗ ਜਾਂਦਾ ਵੀ ਆਹ ਵੀ ਸਹੀ ਹੈ, ਸਹੀ ਹੈਗਾ, ਪਰ ਮੋਰ ਐਪਰੋਪ੍ਰੀਏਟ ਲਾਉਣਾ ਹੁੰਦਾ ਆਪਾਂ D ਆਨਸਰ। ਅਗਲਾ ਸਵਾਲ ਕਹਿੰਦਾ, which type of display technology is used in most modern smartphone? ਮੋਸਟ ਮਾਡਰਨ ਸਮਾਰਟਫੋਨ ਦੇ ਵਿੱਚ ਕਿਹੜੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ? CRT, OLED, ਪਲਾਜ਼ਮਾ ਤੇ CRT। ਠੀਕ ਹੈ, ਸੋ ਆਨਸਰ ਇਹਦਾ ਹੈਗਾ OLED। ਵੈਸੇ ਐਮੂਲੇਡ ਵੀ ਹੈ, ਆਪਾਂ ਸਾਰੀਆਂ ਡਿਸਪਲੇ ਪੜ੍ਹ ਲੈਂਦੇ ਹਾਂ ਅੱਜ ਕੱਲ੍ਹ। ਐਮੂਲੇਡ ਤੇ OLED ਦੋ ਟੈਕਨੋਲੋਜੀਆਂ ਜ਼ਿਆਦਾ ਯੂਜ਼ ਕੀਤੀਆਂ। ਜੇ ਇਹਦੇ ਵਿੱਚ ਐਮੂਲੇਡ ਹੁੰਦਾ ਤਾਂ ਆਨਸਰ ਐਮੂਲੇਡ ਤੇ ਲਾਉਂਦੇ ਆਪਾਂ। ਚਲੋ ਆਪਾਂ ਸਾਰੀਆਂ ਹੀ ਦੇਖ ਲੈਂਦੇ ਹਾਂ ਕਿਹੜੀਆਂ ਕਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਨੇ। LCD ਇੱਕ ਤਾਂ ਇਹਦੀ ਐਬਰੀਵੇਸ਼ਨ ਯਾਦ ਰੱਖਣੀ ਹੈ, liquid crystal display are one of the most widely used display technology in smartphones. They work by controlling the passage of light through। ਚਲੋ ਇਹ ਟੈਕਨੋਲੋਜੀ ਦੇ ਵਿੱਚੋਂ ਆਪਾਂ ਨੂੰ ਪੜ੍ਹਨ ਦੀ ਲੋੜ ਨਹੀਂ,
वैसे ਆਪਾਂ ਥੋੜਾ ਬਹੁਤ ਪੜ੍ਹ ਲੈਂਦੇ ਆ। OLED ਦੀ ਐਬਰੀਵੇਸ਼ਨ ਯਾਦ ਰੱਖ ਲਿਓ, ਆਰਗੈਨਿਕ ਲਾਈਟ ਐਮਿਟਿੰਗ ਡਾਇਓਡ। ਇਹ ਡਾਇਓਡ ਹੁੰਦੇ ਨੇ, ਫਿਜ਼ਿਕਸ ਪੜ੍ਹੀ ਹੈ ਜਿਨ੍ਹਾਂ ਨੇ, ਅਗੇਨ ਮੈਂ ਦੱਸ ਰਿਹਾ ਉਹਨਾਂ ਨੂੰ ਪਤਾ ਹੈ। ਲਾਈਟ ਐਮਿਟਿੰਗ ਡਾਇਓਡ LED, ਜਿਵੇਂ LED ਦੀ ਐਬਰੀਵੇਸ਼ਨ ਹੈ ਇਹ LED, ਲਾਈਟ ਐਮਿਟਿੰਗ ਡਾਇਓਡ LED ਤੋਂ ਹੀ ਬਣਿਆ OLED, ਆਰਗੈਨਿਕ। ਸਿਮਿਲਰ ਟੂ AMOLED, OLED displays also use organic component to emit lights. OLED can provide excellent color accuracy, wide viewing angles and high contrast ratio. They can used in high-end smartphone and other device. Use high-end smartphones, ठीक है। AMOLED भी देख लेने नाल आपां। AMOLED है active matrix organic light emitting diode, हैगा ਉਹੀ है, organic ਦੇ ਅੱਗੇ active matrix ਲੱਗਿਆ AMOLED, है ना। AMOLED display use organic compounds that emits light when electric current is applied. Each pixel is self-emitting, alloys the deeper black and higher contrast ratio. AMOLED display are known for their vibrant colors, energy efficiency and flexible design possibilities. ਇਹ ਮੈਂ ਨੈਕਸਟ ਪਾਰਟ ਦੇ ਵਿੱਚ ਕਲੀਅਰ ਕਰੂੰਗਾ ਚੀਜ਼, ਕਿਉਂਕਿ ਮੇਰਾ ਇਹ ਰਹਿ ਗਿਆ, ਡਾਊਟ ਰਹਿ ਗਿਆ ਮੈਨੂੰ ਵੀ। ਤਾਂ ਇੱਕ ਵਾਰੀ ਆਪਾਂ ਇਹ ਸਵਾਲ ਮੈਂ ਦੁਬਾਰਾ ਕਰਾਉਂਗਾ ਨੈਕਸਟ ਪਾਰਟ ਦੇ ਵਿੱਚ ਵੀ ਐਮੂਲੇਡ ਜ਼ਿਆਦਾ ਵੀ ਇਹਨਾਂ 'ਚ ਫਰਕ ਕੀ ਹੈ ਐਮੂਲੇਡ ਤੇ। ਚਲੋ ਆਹ ਤਾਂ ਜਿਹੜਾ ਹੈਗਾ ਇਹ ਟੈਕਨੀਕਲੀ ਫਰਕ ਹੈ ਵੀ ਇਹਦੇ ਵਿੱਚ ਹਰੇਕ ਪਿਕਸਲ ਐਮਿਟ ਕਰਦਾ ਲਾਈਟ, ਕਿਸ ਤਰੀਕੇ ਦੇ ਨਾਲ ਉਸ ਦੀ ਰੇਸ਼ੋ ਰੱਖੀ ਜਾਂਦੀ ਹੈ। ਅਸਲ ਦੇ ਵਿੱਚ ਇੱਕ ਸਕਰੀਨ ਹੁੰਦੀ ਹੈ ਆਪਣੇ ਕੋਲ, ਇਸ ਤਰ੍ਹਾਂ ਕਰਕੇ ਕਹਿ ਲੈਂਦੇ ਆ। ਸਕਰੀਨ ਦੇ ਵਿੱਚ ਪਿਕਸਲ ਬਣੇ ਹੁੰਦੇ ਨੇ ਜਿਹਨੂੰ PPI ਬੋਲਦੇ ਆ, ਡਿਸਪਲੇ ਪਿਕਸਲ ਪਰ ਇੰਚ, ਇਹ ਵੀ ਆਪਾਂ ਯਾਦ ਕਰ ਸਕਦੇ ਹਾਂ। ਇਹਦੀ ਰੈਜ਼ੋਲੂਸ਼ਨ ਹੁੰਦੀ ਹੈ ਜਿਹੜੀ ਸਕਰੀਨ ਦੀ ਮੈਜ਼ਰ ਹੁੰਦੀ ਹੈ ਪਿਕਸਲ ਪਰ ਇੰਚ ਦੇ ਨਾਲ। ਹੁਣ ਇਹ ਪਿਕਸਲ ਨੂੰ ਕੰਟਰੋਲ ਕਿਵੇਂ ਕਰਨਾ, ਤਾਂ ਉੱਥੇ ਇਹ ਸਾਰੀਆਂ ਟੈਕਨੋਲੋਜੀ ਨੇ, ਚਾਹੇ LCD ਆਪਾਂ ਕਹੀਏ, ਚਾਹੇ OLED, ਚਾਹੇ ਐਮੂਲੇਡ, ਇਹ ਸਾਰੀਆਂ ਡਿਸਪਲੇ ਨੇ। ਇਹ ਡਿਸਪਲੇ ਹੀ ਆਪਾਂ ਨੂੰ ਕੁਆਲਿਟੀ ਦਿੰਦੀਆਂ ਨੇ। ਕਈ ਫੋਨ ਦੇ ਵਿੱਚ ਟੱਚ ਬਹੁਤ ਸੋਹਣੀ ਹੁੰਦੀ ਹੈ, ਤਾਂ ਡਿਸਪਲੇ ਤੇ ਡਿਪੈਂਡ ਕਰਦਾ। ਤਾਂ ਇੱਕ ਵਾਰੀ ਹੁਣ ਮੈਂ ਇਹ ਕਲੀਅਰ ਨਹੀਂ ਕਰ ਪਾਇਆ ਵੀ OLED, ਕਿਉਂਕਿ ਟਾਈਮ ਦੀ ਬੜੀ ਸ਼ਾਰਟੇਜ ਹੈ ਨਾ, ਮੈਂ ਤਾਂ ਹੀ ਆਪਾਂ ਮੈਰਾਥਨ ਬੰਨੀ ਨਹੀਂ ਜਾ ਰਹੇ, ਫਿਰ ਚੀਜ਼ਾਂ ਰਹਿ ਜਾਂਦੀਆਂ ਨੇ। ਤਾਂ OLED ਐਮੂਲੇਡ ਹੈ, ਮੈਂ ਇਹਨਾਂ ਦੋਨਾਂ ਚੋਂ ਦੱਸੂਗਾ। ਫਿਲਹਾਲ ਆਪਾਂ ਦੇਖ ਲੈਂਦੇ ਹਾਂ ਕਿਹੜੀਆਂ ਕਿਹੜੀਆਂ ਨੇ। ਸੁਪਰ ਐਮੂਲੇਡ ਹੈ ਇੱਕ, ਹੈ ਨਾ, ਮੈਂ ਜ਼ਿਆਦਾ ਨਹੀਂ ਡਿਟੇਲ 'ਚ ਦੱਸਦਾ, ਤੁਸੀਂ ਪੜ੍ਹ ਲਓ। ਰਟੀਨਾ ਡਿਸਪਲੇ ਹੈ ਇੱਕ, IPS ਹੈ। IPS LCD display are known for their wide viewing angle and accurate color reproduction. Color ਦੀ reproduction ਦੇ ਲਈ ਜ਼ਿਆਦਾ ਮੰਨੀ ਜਾਂਦੀ ਹੈ। They are commonly used in smartphone to achieve good color consistency even when viewed from different angle. ਜਦੋਂ ਆਪਾਂ ਕਈ ਵਾਰੀ ਫੋਨ ਨੂੰ ਟੇਢਾ ਜਿਹਾ ਨਹੀਂ ਦੇਖ ਲੈਂਦੇ, ਤਾਂ ਉੱਥੇ IPS ਡਿਸਪਲੇ ਹੁੰਦੀ ਹੈ, ਹਨਾ। ਤਾਂ ਉਹ IPS ਡਿਸਪਲੇ ਜ਼ਿਆਦਾ ਵਧੀਆ ਸਾਨੂੰ ਦੱਸਦੀ ਹੈ। ਰਟੀਨਾ ਡਿਸਪਲੇ ਉਵੇਂ ਹੀ ਹੋ ਗਈ, ਹੈ ਨਾ। They are used by Apple to refer the high resolution screen with pixel densities high enough that individual pixels are difficult to discern when viewed at typical distance. It is not specific technology but rather a marketing terms that apply to various display types such as LCD and OLED, है ना। उमें ही TFT है, थिन फिल्म ट्रांजिस्टर है। फिर अपने को LTPS है, लो टेम्परेचर पॉलीसिलिकॉन है, मिनी LED एंड माइक्रो LED है, फोल्डेबल डिस्पले है, ਤੇ E-Link ਇਲੈਕਟ੍ਰੋਨਿਕ ਲਿੰਕ ਡਿਸਪਲੇ ਹੈ। ਤਾਂ ਸਾਰੀਆਂ ਡਿਸਪਲੇ ਨੇ। ਹਜੇ ਇਸ ਸਵਾਲ ਨੂੰ ਜਿਹੜਾ ਮੈਂ ਤੁਹਾਨੂੰ ਦੱਸਿਆ ਹੋਲਡ ਤੇ ਕਰਕੇ ਰੱਖ ਲਓ। ਤਾਂ ਇਹਦੇ ਹਿਸਾਬ ਨਾਲ ਆਨਸਰ ਤਾਂ ਬਿਲਕੁਲ ਠੀਕ ਹੈ, OLED ਹੈ, ਕਿਉਂਕਿ CRT ਪਲਾਜ਼ਮਾ ਤੇ C ਆ ਦੋ ਵਾਰੀ ਹੋ ਗਿਆ ਨਾ CRT, ਤਾਂ OLED ਹੀ ਹੈ। ਬਟ ਜੇਕਰ ਆਪਾਂ ਨੂੰ OLED ਦੇ ਨਾਲ ਐਮੂਲੇਡ, ਸੁਪਰ ਐਮੂਲੇਡ ਦਿੱਤਾ ਹੋਵੇ, ਫਿਰ ਕਿਹੜਾ ਆਨਸਰ ਹੈ, ਇਹ ਮੈਂ ਤੁਹਾਨੂੰ ਆਪਾਂ ਅਗਲੇ ਪਾਰਟ ਦੇ ਵਿੱਚ ਕਲੀਅਰ ਕਰਕੇ ਦੱਸੂਗਾ, ਠੀਕ ਹੈ। ਅਗਲਾ ਸਵਾਲ ਕਹਿੰਦਾ what does VoIP stands for in relation to smartphone communication? ਬੜਾ ਸੌਖਾ ਇਹ। ਸਮਾਰਟਫੋਨ ਦੇ ਵਿੱਚ ਕਮਿਊਨੀਕੇਸ਼ਨ ਹੁੰਦਾ, VoIP ਕੀ ਹੁੰਦਾ, ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ। ਬੜਾ ਸੌਖਾ ਹੈ। ਇਹ ਕੀ ਕਰਦਾ, ਜਿਵੇਂ ਪੁਰਾਣਾ ਸਾਡੇ ਕੋਲੇ ਕਮਿਊਨੀਕੇਸ਼ਨ ਹੋ ਰਿਹਾ ਸੀ, ਪਹਿਲਾਂ ਸੀਗਾ ਸਾਡੇ ਕੋਲੇ ਟ੍ਰੈਡੀਸ਼ਨਲ ਸੀਗਾ ਸਰਕਟ ਸਵਿਚਡ ਨੈਟਵਰਕ, ਠੀਕ ਹੈ। ਨੈਟਵਰਕਸ ਮੋਬਾਈਲ ਨੈਟਵਰਕ ਕਹਿ ਸਕਦੇ ਹਾਂ। ਮੋਬਾਈਲ ਨੈਟਵਰਕ ਪਹਿਲਾਂ ਸਰਕਟ ਸਵਿਚਡ ਬੇਸਡ ਸੀਗਾ, ਤੇ ਅੱਜ ਕੱਲ ਹੈਗਾ ਪੈਕੇਟ ਸਵਿਚਡ ਬੇਸਡ। ਪੈਕੇਟ ਦੋਨੋਂ ਹੀ ਚੱਲਦੇ ਨੇ। ਮੈਂ ਦੱਸ ਦਿੰਦਾ, ਜੇਕਰ ਅਸੀਂ ਕਾਲ ਫੋਨ ਦੁਆਰਾ GSM ਦੁਆਰਾ ਕਰਦੇ ਹਾਂ, ਟ੍ਰੈਡੀਸ਼ਨਲ ਜਿਹੜੀ ਹੈ ਉਹ ਹੈਗੀ ਸਰਕਟ ਸਵਿਚਿੰਗ, ਜਿੱਥੇ ਪਹਿਲਾਂ ਸਰਕਟ ਐਸਟੈਬਲਿਸ਼ ਹੁੰਦਾ,
ਫਿਰ ਡਾਟਾ ਟ੍ਰਾਂਸਫਰ ਹੁੰਦਾ, ਫਿਰ ਸਰਕਟ ਕਲੋਜ਼ ਹੁੰਦਾ। ਪੈਕਟ ਸਵਿਚ ਹੈਗਾ ਇੰਟਰਨੈਟ ਤੇ, ਇਹ ਮੈਂ ਬਾਕੀ ਦੇ ਪਾਰਟਸ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਕਰਾਇਆ ਹੋਇਆ, ਜਿਹੜੀ ਤੁਸੀਂ ਗ੍ਰੈਂਡ ਸੀਰੀਜ਼ ਦੇਖੋਗੇ। ਇੱਥੇ ਚਲੋ ਆਪਾਂ ਨਹੀਂ ਡਿਸਕਸ ਕਰਦੇ, ਥੋੜਾ ਦੱਸ ਦੇਣਾ। ਪੈਕਟ ਸਵਿਚਿੰਗ ਦੇ ਵਿੱਚ ਕਾਸਟ ਘੱਟ ਪੈਂਦੀ ਆਪਾਂ ਨੂੰ, ਕਿਉਂਕਿ ਜਿਹੜੇ ਵੌਇਸ ਦੇ ਜਦੋਂ ਜਿਹੜੀ ਵੀ ਆਵਾਜ਼ ਗੱਲ ਅਸੀਂ ਬੋਲਦੇ ਆ, ਉਹਨੂੰ ਛੋਟੇ ਛੋਟੇ ਪੈਕਟਸ ਦੇ ਵਿੱਚ ਤੋੜ ਕੇ ਵੱਖੋ ਵੱਖਰੇ ਰੂਟ ਤੇ ਭੇਜਿਆ ਜਾਂਦਾ। ਸਰਕਟ ਸਵਿਚਿੰਗ ਦੇ ਵਿੱਚ ਇੱਕੋ ਹੀ ਡੈਡੀਕੇਟਡ ਪਾਥ ਫੋਲੋ ਕੀਤਾ ਜਾਂਦਾ। ਮੰਨ ਲਓ ਇਹ ਆਪਾਂ ਹੈਗੇ ਆ ਪਟਿਆਲੇ, ਆਪਾਂ ਜਾਣਾ ਅੰਮ੍ਰਿਤਸਰ, ਤਾਂ ਇੱਕੋ ਹੀ ਰਸਤੇ ਦੇ ਵਿੱਚ ਦੀ ਜਾਵਾਂਗੇ, ਤਾਂ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਬਿਜ਼ੀ ਹੋ ਜੂਗੀ। ਜੇ ਸਾਡੇ ਕੋਲ 100 ਗੱਡੀਆਂ ਇੱਕੋ ਹੀ ਰਸਤੇ ਦੇ ਵਿੱਚ ਦੀ ਜਾ ਰਹੇ ਆ, ਤਾਂ ਰਿਸੋਰਸ ਰਿਜ਼ਰਵ ਕਰ ਲਾਂਗੇ ਅਸੀਂ। ਕੋਸਟ ਜ਼ਿਆਦਾ ਤਾਂ ਲੱਗਦੀ ਹੈ ਵੀ ਰਿਸੋਰਸ ਅਸੀਂ ਪੱਕੇ ਤੌਰ ਤੇ ਰਿਜ਼ਰਵ ਕਰ ਲਏ। ਰਿਸੋਰਸ ਰਿਜ਼ਰਵੇਸ਼ਨ ਸਰਕਟ ਸਵਿਚਿੰਗ ਦੀ ਪ੍ਰੋਪਰਟੀ ਹੈ। ਪੈਕਟ ਸਵਿਚਿੰਗ ਕਹਿੰਦਾ 100 ਗੱਡੀਆਂ ਨੇ, ਕੋਈ 10 ਕਿੱਧਰ ਭੇਜੋ, 5 ਕਿੱਧਰ, ਉਹ ਸਾਰੇ ਪੂਰੇ ਪੰਜਾਬ ਵਿੱਚ ਦੀ ਵੱਖੋ ਵੱਖਰੇ ਥਾਵਾਂ ਤੇ ਜਾ ਰਹੇ ਆ, ਤੇ ਇਹਦੇ ਕਰਕੇ ਰਿਸੋਰਸ ਰਿਜ਼ਰਵੇਸ਼ਨ ਦੀ ਪ੍ਰੋਬਲਮ ਨਹੀਂ ਆਉਂਦੀ, ਤਾਂ ਕਰਕੇ ਪੈਕਟ ਸਵਿਚਿੰਗ ਸਸਤੀ ਆ। ਤਾਂ ਇਹ ਇੰਟਰਨੈਟ ਕਾਲ ਜਿਹੜੀ ਹੈ ਪੈਕਟ ਸਵਿਚਿੰਗ ਬੇਸਡ ਆ, ਇੰਟਰਨੈਟ ਕਾਲ ਪੈਕਟ ਸਵਿਚਿੰਗ ਬੇਸਡ ਆ। ਤੇ ਇਹ ਕਿਹੜੀ ਟੈਕਨੋਲੋਜੀ ਦੇ ਵਿੱਚ, ਇਹਦੇ ਵਿੱਚ ਇੰਟਰਨੈਟ ਕਾਲ ਕਰਨ ਲਈ ਕਿਹੜੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ? VoIP, ਵੌਇਸ ਓਵਰ ਇੰਟਰਨੈਟ ਪ੍ਰੋਟੋਕੋਲ, ਯਾਦ ਰੱਖਣਾ, ਠੀਕ ਆ। ਅਗਲਾ ਸਵਾਲ ਹੈ, which smartphone feature allow user to unlock their phone using fingerprint or facial recognition? ਜਾਂ ਤਾਂ ਫਿੰਗਰਪ੍ਰਿੰਟ ਹੋਵੇ ਜਾਂ ਫੇਸ਼ੀਅਲ ਰਿਕੋਗਨੀਸ਼ਨ ਹੋਵੇ, ਕਿਹੜਾ ਫੀਚਰ ਅਲਾਉ ਕਰਦਾ? ਤੇ ਇਹ ਆਪਾਂ ਨੂੰ ਪਤਾ ਵੀ ਬਾਇਓਮੈਟ੍ਰਿਕ, ਚਾਹੇ ਤਾਂ ਅਸੀਂ ਅੰਗੂਠਾ ਲਗਾ ਦਈਏ, ਚਾਹੇ ਸਾਡੇ ਫੇਸ ਦੀ ਫੋਟੋ ਲੈ ਕੇ ਬਾਇਓਮੈਟ੍ਰਿਕਸ ਨਾ, ਤਾਂ ਬਾਇਓਮੈਟ੍ਰਿਕ ਅਥੈਂਟੀਕੇਸ਼ਨ ਇਹਨੂੰ ਆਪਾਂ ਕਵਾਂਗੇ। ਅਗਲਾ ਸਵਾਲ ਹੈ, what is the purpose of ਗਾਇਰੋਸਕੋਪ ਇਨ ਸਮਾਰਟਫੋਨ? ਇਹ ਆਪਾਂ ਪੜ੍ਹ ਕੇ ਆਏ ਆ ਵੀ ਗਾਇਰੋਸਕੋਪ ਦਾ ਕੀ ਕੰਮ ਹੈ। ਮੈਜ਼ਰ ਬੈਟਰੀ ਟੈਂਪਰੇਚਰ ਨਹੀਂ, ਮੈਜ਼ਰ ਹਾਰਟ ਰੇਟ ਵੀ ਨਹੀਂ ਕਰਦਾ, ਐਟਮੋਸਫੇਅਰ ਪ੍ਰੈਸ਼ਰ ਵੀ ਨਹੀਂ ਕਰਦਾ। ਹਾਂ, ਐਂਗੂਲਰ ਮੈਜ਼ਰ ਰੋਟੇਸ਼ਨ ਐਂਡ ਐਂਗੂਲਰ ਓਰੀਐਂਟੇਸ਼ਨ। ਆਪਾਂ ਪੜ੍ਹਿਆ ਸੀ ਨਾ ਵੀ ਐਂਗੂਲਰ ਵੈਲੋਸਿਟੀ ਆ, ਹਨਾ, ਹੁਣੀ ਪਿੱਛੇ ਜੇ ਪੜ੍ਹਿਆ ਸੀ ਸਾਰੇ ਸੈਂਸਰ, ਤੇ ਇਹਦਾ ਆਨਸਰ ਹੈ ਡੀ। ਅਗਲਾ ਸਵਾਲ, what does GPS stands for in context of smartphone? ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਗਲੋਬਲ ਪੋਜੀਸ਼ਨਿੰਗ ਸਿਸਟਮ। ਆਨਸਰ ਇਹਦਾ ਏ ਆ। ਤੇ ਇੱਕ ਮੈਨੂੰ ਕਮੈਂਟ ਕਰਕੇ ਦੱਸੋ ਵੀ GIS ਦੀ ਫੁੱਲ ਫਾਰਮ ਕੀ, ਇਹਦੇ ਨਾਲ ਰਿਲੇਟ ਕਰਦਾ GPS ਦੇ ਨਾਲ GIS ਹੁੰਦਾ ਹੈ, ਕਿਹਦੀ? ਤੁਸੀਂ ਕਮੈਂਟ ਕਰਕੇ ਦੱਸੋ। ਅਗਲਾ ਸਵਾਲ ਹੈ, which component of smartphone is responsible for displaying visuals? ਜਿਹੜੇ ਵਿਜ਼ੂਅਲ ਹੁੰਦੇ ਨੇ, ਆਪਾਂ ਨੂੰ ਗ੍ਰਾਫਿਕ ਦਿਖਦੇ ਨੇ, ਉਹਦੇ ਲਈ ਕੌਣ ਰਿਸਪੌਂਸੀਬਲ ਹੈ? RAM, ਬੈਟਰੀ, ਪ੍ਰੋਸੈਸਰ ਤੇ GPU। GPU ਹੁੰਦਾ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ, ਦਾ ਆਨਸਰ ਇਹ ਹੈ। GPU ਕੀ ਹੁੰਦਾ? ਦਾ GPU ਗ੍ਰਾਫਿਕ ਪ੍ਰੋਸੈਸਿੰਗ ਯੂਨਿਟ ਇਨ ਸਮਾਰਟਫੋਨ plays a crucial role in handling various graphic related tasks and contributing to overall performance and user experience of device। ਬਹੁਤ ਸਾਰੇ ਗ੍ਰਾਫਿਕ ਰਿਲੇਟਡ ਜਿੰਨੇ ਵੀ, ਜਿਵੇਂ ਗੇਮਿੰਗ ਹੋ ਗਈ, ਜਾਂ ਸਾਨੂੰ ਮਤਲਬ ਕਿ ਲੁੱਕ ਨਹੀਂ ਵਧੀਆ ਲੱਗਦੀ, ਸਾਨੂੰ ਗ੍ਰਾਫਿਕਸ ਜੇ ਵਧੀਆ ਲੱਗਦੇ, ਅਸੀਂ ਉਹਦਾ ਫੋਨ ਦਾ ਕਹਿ ਲਓ ਵੀ ਕੀ ਬੋਲਦੇ ਆ ਉਸਨੂੰ, ਮੈਨੂੰ ਹੁਣ ਧਿਆਨ ਚ ਨਹੀਂ ਆ ਰਿਹਾ, ਵੀ ਉਹਦਾ ਹੋਮ ਸਕਰੀਨ ਚੇਂਜ ਕਰ ਲੈਂਦੇ ਆਪਾਂ, ਹਨਾ, ਉਹ ਹੁਣ ਮੇਰੇ ਖਿਆਲ ਨਹੀਂ ਆ ਰਿਹਾ, ਉਹਨੂੰ ਆਪਾਂ ਕੀ ਬੋਲਦੇ ਆ, ਵਾਲਪੇਪਰ ਬੋਲਦੇ ਆ, ਹਨਾ, ਥੀਮ ਤੇ ਵਾਲਪੇਪਰ। ਤਾਂ ਥੀਮ ਤੇ ਵਾਲਪੇਪਰ ਆਪਾਂ ਕਹਿ ਸਕਦੇ ਆ ਵੀ ਸਾਰਾ ਜਿਹੜਾ ਇਹ ਗ੍ਰਾਫਿਕ ਰੈਂਡਰਿੰਗ ਹੀ ਹੁੰਦੀ ਹੈ। GPU ਰਿਸਪੌਂਸੀਬਲ ਹੁੰਦਾ ਹੈ। GPU ਰਿਸਪੌਂਸੀਬਲ ਫॉर ਐਕਸਲੇਟਿੰਗ ਗ੍ਰਾਫਿਕ ਰੈਂਡਰਿੰਗ, enabling smooth animation, support gaming and facilitate various tasks। ਉਹੀ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ। ਅਗਲਾ ਸਵਾਲ ਹੈ, what is the purpose of phablet in a context of smartphone? ਪੈਬਲੇਟ ਕੀ ਹੁੰਦਾ? ਦੇਖੋ, ਤਿੰਨ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਫੋਨ, ਮੋਬਾਈਲ ਫੋਨ, ਇੱਕ ਪੈਬਲੇਟ ਹੁੰਦਾ, ਇੱਕ ਟੈਬਲੇਟ ਹੁੰਦਾ। ਇਹ ਡਿਵਾਈਸ ਸਪੈਸੀਫਿਕਲੀ ਫॉर ਫੋਨ ਕਾਲ ਨਹੀਂ। ਇਹ ਡਿਵਾਈਸ ਵਿਦ ਏ ਲਾਰਜ ਡਿਸਪਲੇ, ਲਾਰਜਰ ਦੈਨ ਫੋਨ ਬਟ ਸਮਾਲਰ ਦੈਨ ਟੈਬਲੇਟ, ਇਹ ਠੀਕ ਆ। ਡਿਵਾਈਸ ਯੂਜ਼ ਫॉर ਫੋਟੋਗ੍ਰਾਫੀ ਓਨਲੀ ਨਹੀਂ। ਡਿਵਾਈਸ ਵਿਦ ਏ ਫੋਲਡੇਬਲ ਸਕਰੀਨ ਨਹੀਂ। ਤਾਂ ਬੀ ਆਨਸਰ ਹੈ ਇਹਦਾ, ਹਨਾ। ਦੇਖ ਲੈਂਦੇ ਆਪਾਂ, ਇਹ ਸਮਾਰਟਫੋਨ ਹੈ, ਤੇ ਜਿਹੜਾ 5 ਤੋਂ 7 ਇੰਚ ਦੇ ਵਿੱਚ ਆਉਂਦਾ ਪੈਬਲੇਟ ਹੈ, ਇਹ ਟੈਬਲੇਟ। ਬਸ ਜਸਟ ਨੇਮ ਕਨਵੈਨਸ਼ਨ ਹੀ ਹੈ, ਹੋਰ ਕੋਈ ਬੜਾ ਲੰਬਾ ਚੌੜਾ ਨਹੀਂ। ਲੋਕ ਆਪਾਂ ਇਹਨੂੰ ਵੀ ਫੋਨ ਹੀ ਕਹੀ ਜਾਂਦੇ ਆ, ਮੋਬਾਈਲ ਫੋਨ ਹੀ, ਹਨਾ। ਤਾਂ ਮੋਬਾਈਲ ਫੋਨ ਸਮਾਰਟਫੋਨ ਕਹਿ ਸਕਦੇ ਆ। ਇਹਦੇ ਵਿੱਚ ਬਹੁਤ ਸਾਰੇ ਸਮਾਰਟਫੋਨ, ਇਹ ਹੈਂਡ ਹੈਲਡ ਡਿਵਾਈਸ ਹੁੰਦਾ, ਠੀਕ ਆ। ਤੇ ਇਹਦੇ ਵਿੱਚ ਆਹ ਫੀਚਰ ਹੁੰਦੇ ਨੇ, ਜਿਵੇਂ ਇੰਟਰਨੈਟ ਬਰਾਊਜ਼ਿੰਗ, ਈਮੇਲ, ਸੋਸ਼ਲ ਮੀਡੀਆ, ਮੋਬਾਈਲ ਐਪਸ, ਕੈਮਰਾ, GPS, ਮੈਸੇਜਿੰਗ ਐਂਡ ਵੀਡੀਓ ਕਾਲ, ਵੌਇਸ ਇੰਸਟੈਂਟ, ਮੋਬਾਈਲ ਪੇਮੈਂਟ। ਉਵੇਂ ਪੈਬਲੇਟ ਹੈ। ਪੈਬਲੇਟ ਵੀ ਉਹ ਤੁਹਾਨੂੰ ਦੱਸ ਹੀ ਚੁੱਕਿਆ ਸਾਰੀਆਂ ਚੀਜ਼ਾਂ, ਉਵੇਂ ਟੈਬਲੇਟ ਆਪਣੇ ਕੋਲ ਸਾਰਾ ਕੁਝ, ਇਹਦੇ ਵਿੱਚ ਵੀ ਇੰਟਰਨੈਟ ਚੱਲਦਾ ਹੈ, ਸਿਮ ਪੈਂਦੇ ਨੇ, ਹਨਾ। ਅਗਲਾ ਸਵਾਲ ਕਹਿੰਦਾ, what is the purpose of proximity sensor in smartphone? ਬੜਾ ਸੋਹਣਾ ਸਵਾਲ, ਆਪਾਂ ਸਾਰੇ ਪੜ੍ਹ ਕੇ ਆਏ ਆ। ਮੈਜ਼ਰਿੰਗ ਐਂਬੀਐਂਟ ਲਾਈਟ, ਇਹ ਵੀ ਨਹੀਂ ਹੈਗਾ। ਟਰੈਕਿੰਗ ਦੀ ਡਿਵਾਈਸ ਲੋਕੇਸ਼ਨ ਨਹੀਂ। ਡਿਟੈਕਟਿੰਗ ਨੀਅਰ ਬਾਈ ਆਬਜੈਕਟਸ ਡਿਊਰਿੰਗ ਕਾਲ, ਇਹ ਬਿਲਕੁਲ ਠੀਕ ਹੈ। ਕਾਲ ਦੇ ਦੌਰਾਨ
ਜਿਹੜਾ ਨੀਅਰ ਬਾਈ ਆਬਜੈਕਟ ਨੂੰ ਡਿਟੈਕਟ ਕਰਦਾ ਤਾਂ ਇਹ ਹੁੰਦਾ ਪ੍ਰੋਕਸੀਮਿਟੀ ਸੈਂਸਰ। ਅਗਲਾ ਸਵਾਲ ਹੈ what is the purpose of SIM card ejector tool? ਇਹਦਾ ਬੜਾ ਸੌਖਾ, ਚਲੋ ਇਨਕਲੂਡਡ ਵਿਦ ਮੈਨੀ ਸਮਾਰਟਫੋਨਸ। ਆਹੀ ਹੁੰਦੀਆਂ ਪਿੰਨਾਂ ਜੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੀ ਹੈ ਵੀ ਕਾਹਦੇ ਵਾਸਤੇ ਆ। ਟੂ ਕਲੀਨ ਦਾ SIM ਕਾਰਡ ਸਲੋਟ ਨਹੀਂ, ਟੂ ਰਿਪੇਅਰ ਦਾ ਫੋਨ ਡਿਸਪਲੇ ਨਹੀਂ, ਟੂ ਐਕਸੈਸ ਦਾ ਫੋਨ ਬੈਟਰੀ ਨਹੀਂ, ਟੂ ਰਿਮੂਵ SIM ਕਾਰਡ ਫਰੋਮ ਫੋਨ। ਇਹ ਡੀ ਆਂਸਰ ਬਿਲਕੁਲ ਠੀਕ ਹੈ। ਹੁਣ SIM ਹੋ ਗਿਆ, ਇੱਕ ਇਹਦੇ ਨਾਲ ਐਬਰੀਵੇਸ਼ਨ ਪੁੱਛ ਲੈਂਦਾ ਹੁੰਦਾ ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ, SIM ਦੀ ਐਬਰੀਵੇਸ਼ਨ ਹੈ। ਵੈਸੇ ਆਪਾਂ ਆਲਰੇਡੀ ਕਰਾਇਆ ਹੋਇਆ, ਤੁਸੀਂ ਐਬਰੀਵੇਸ਼ਨ ਮੈਰਾਥਨ ਜ਼ਰੂਰ ਦੇਖ ਕੇ ਜਾਇਓ, ਆਪਾਂ ਵੀਡੀਓ ਵੀ ਲਗਾ ਦਾਂਗੇ ਪਿੱਛੇ ਐਂਡ ਤੇ। ਤੁਸੀਂ ਜਦੋਂ ਵੀਡੀਓ ਖਤਮ ਹੋਊਗੀ ਉਦੋਂ ਤੁਹਾਨੂੰ ਉਹਦਾ ਥੰਬਨੇਲ ਮਿਲ ਜੂਗਾ, ਤੁਸੀਂ ਜਾ ਕੇ ਦੇਖ ਸਕਦੇ ਹੋ। ਐਬਰੀਵੇਸ਼ਨ ਹਰ ਇੱਕ ਪੇਪਰ 'ਚ ਪੁੱਛੀ ਜਾਂਦੀ ਹੈ, ਆਪਾਂ ਐਬਰੀਵੇਸ਼ਨ ਮੈਰਾਥਨ ਕਰਾਈ ਹੋਈ ਹੈ, ਉਹਦੇ ਵਿੱਚ ਬਹੁਤ ਸਾਰੀਆਂ ਐਬਰੀਵੇਸ਼ਨਾਂ ਦੇ ਸਵਾਲ ਤੁਹਾਨੂੰ ਪੁਰਾਣੇ ਮਿਲ ਜਾਣਗੇ, ਤੁਹਾਨੂੰ ਆਈਡੀਆ ਹੋ ਜਾਊਗਾ ਵੀ ਕਿਵੇਂ ਦੀਆਂ ਐਬਰੀਵੇਸ਼ਨਾਂ ਪੁੱਛੀਆਂ ਗਈਆਂ ਨੇ। ਜਿਵੇਂ ਇਹਦੇ ਵਿੱਚੋਂ ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ ਇੱਕ ਇਹ ਪੁੱਛ ਲੈਂਦਾ, ਇੱਕ ਪੁੱਛਦਾ ਹੁੰਦਾ SMS, ਇੱਕ MMS। ਇਹ ਵੀ ਤੁਸੀਂ ਕਮੈਂਟ ਕਰਕੇ ਹੀ ਦੱਸਿਓ, ਸੌਖੀਆਂ ਨੇ, ਮੈਂ ਨਹੀਂ ਦੱਸੂਗਾ, ਤੁਸੀਂ ਥੋੜਾ ਬਹੁਤ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ, ਹੈ ਨਾ। SMS ਤੇ MMS। ਹਾਂ, ਇੱਥੇ ਹੋਰ ਕੋਡ ਤੇ ਸਵਾਲ ਆਉਂਦੇ ਨੇ, ਉਹ ਆਪਾਂ ਅੱਗੇ ਕਰਾਂਗੇ। ਜਿਵੇਂ IMEI ਕੋਡ ਹੁੰਦਾ ਮੋਬਾਈਲ ਦੇ ਵਿੱਚ, ICCID ਕੋਡ ਹੁੰਦਾ, ICCID ਹੈ ਨਾ, ਫਿਰ ਪਿਨ ਕੋਡ ਹੁੰਦਾ, ਫਿਰ IMEI ਕੋਡ ਹੁੰਦਾ, IMSI IMEI ਕੋਡ ਹੈ ਨਾ, ਫਿਰ ਇੱਕ ਪੱਕ ਕੋਡ ਹੁੰਦਾ, PUC ਹੁੰਦਾ ਜਾਂ PUK ਹੁੰਦਾ। ਇਹਦੇ ਤੇ ਵੀ ਆਪਾਂ ਜਲਦੀ ਵੀਡੀਓ ਲੈ ਕੇ ਆਵਾਂਗੇ, ਇਹ ਵੀ ਕਰਾਂਗੇ ਡਿਸਕਸ ਸਮਾਰਟਫੋਨ ਦੇ ਵਿੱਚ, ਇਹਦੇ ਚੋਂ ਵੀ ਸਵਾਲ ਇੰਪੋਰਟੈਂਟ ਹੈ, ਇਹ ਪੁੱਛੇ ਜਾਂਦੇ ਹੈਗੇ। ਅਗਲਾ ਸਵਾਲ ਹੈ which smartphone feature allow user to run multiple applications simultaneously switching between them seamlessly? ਹੁਣ ਆਪਾਂ ਆਪਣੇ ਫੋਨ ਦੇ ਵਿੱਚ ਇੱਕ ਤੋਂ ਜ਼ਿਆਦਾ ਐਪਲੀਕੇਸ਼ਨਾਂ ਚਲਾ ਸਕਦੇ ਹਾਂ, ਉੱਥੇ ਬਹੁਤ ਸਾਰੀਆਂ ਚੀਜ਼ਾਂ ਮਿਨੀਮਾਈਜ਼ ਕਰਕੇ ਅੱਗੇ ਪਿੱਛੇ ਆਪਾਂ ਚਲਾ ਰਹੇ ਹੁੰਦੇ ਹਾਂ, ਹਨਾ। ਸੋ ਇਹ ਆਪਾਂ ਦੇਖਦੇ ਹਾਂ which smartphone feature allow user to run multiple applications simultaneously switching between them seamlessly। ਜਿਵੇਂ ਪਹਿਲਾ ਆਪਸ਼ਨ ਹੈ ਮਲਟੀਟਾਸਕਿੰਗ, दूसरा है सुपर चार्जिंग, तीसरा है हाइपर थ्रेडिंग, फिर है ओवरक्लॉकिंग। तो ਇਹਦਾ ਆਨਸਰ ਹੈਗਾ ਮਲਟੀਟਾਸਕਿੰਗ, ਇੱਕ ਤੋਂ ਜ਼ਿਆਦਾ ਟਾਸਕ ਪਰਫਾਰਮ ਹੁੰਦੇ ਨੇ। ਮਲਟੀਟਾਸਕਿੰਗ ਇਨ ਏ ਸਮਾਰਟਫੋਨ ਇਜ਼ ਦਾ ਐਬਿਲਿਟੀ ਟੂ ਰਨ ਮਲਟੀਪਲ ਐਪਲੀਕੇਸ਼ਨ ਐਟ ਦਾ ਸੇਮ ਟਾਈਮ। ਇੱਕੋ ਹੀ ਟਾਈਮ ਤੇ ਆਪਾਂ ਮਲਟੀਪਲ ਐਪਲੀਕੇਸ਼ਨਾਂ ਰਨ ਕਰ ਸਕਦੇ ਹਾਂ। ਦਿਸ ਇਜ਼ ਪੋਸੀਬਲ ਬਿਕੋਜ਼ ਸਮਾਰਟਫੋਨ ਹੈਵ ਮਲਟੀਟਾਸਕਿੰਗ ਆਪਰੇਟਿੰਗ ਸਿਸਟਮ ਸੱਚ ਐਜ਼ ਐਂਡਰੋਇਡ ਔਰ iOS। ਇਹ ਕਹਿੰਦਾ ਤਾਂ ਹੀ ਪੋਸੀਬਲ ਹੈ ਕਿਉਂਕਿ ਆਪਰੇਟਿੰਗ ਸਿਸਟਮ ਮਲਟੀਟਾਸਕਿੰਗ ਨੇ, ਮਲਟੀਟਾਸਕਿੰਗ ਦੇ ਵਿੱਚ ਇੱਕ ਤੋਂ ਜ਼ਿਆਦਾ ਐਪਲੀਕੇਸ਼ਨਾਂ ਰਨ ਕਰਦੀਆਂ ਨੇ। ਵੈਨ ਯੂ ਓਪਨ ਏ ਐਪ ਔਨ ਯੂਰ ਸਮਾਰਟਫੋਨ ਇਟ ਇਜ਼ ਲੋਡਡ ਇਨਟੂ ਮੈਮਰੀ ਐਂਡ ਸਟਾਰਟ ਰਨਿੰਗ। ਦੀ ਆਪਰੇਟਿੰਗ ਸਿਸਟਮ ਦੈਨ ਅਸਾਈਨ ਦੀ ਐਪ ਏ ਸਰਟਨ ਅਮਾਊਂਟ ਆਫ ਪ੍ਰੋਸੈਸਿੰਗ ਪਾਵਰ ਐਂਡ ਮੈਮਰੀ। ਉਹਨੂੰ ਪ੍ਰੋਸੈਸਿੰਗ ਪਾਵਰ ਤੇ ਮੈਮਰੀ ਆਪਰੇਟਿੰਗ ਸਿਸਟਮ ਅਲਾਉ ਕਰ ਦਿੰਦਾ। ਦੀ ਐਪ ਕੈਨ ਦੈਨ ਯੂਜ਼ ਦਿਸ ਰਿਸੋਰਸਿਸ ਟੂ ਪਰਫਾਰਮ ਇਟਸ ਟਾਸਕ। If you open another app, the operating system will suspend the first app, give the second app for processing power and memory it need। ਪਹਿਲਾਂ ਵਾਲੀ ਐਪ ਨੂੰ ਆਪਰੇਟਿੰਗ ਸਿਸਟਮ ਸਸਪੈਂਡ ਕਰ ਦਿੰਦਾ, ਦੁਬਾਰੇ ਨੂੰ ਚਲਾ ਦਿੰਦਾ। The first app will still in the memory, ਮੈਮਰੀ 'ਚ ਪਈ ਰਹਿੰਦੀ ਹੈ ਬਟ ਬੈਕ ਐਂਡ ਤੇ, but it will not be running, but ਇਹ ਰਨ ਨਹੀਂ ਕਰ ਰਹੀ ਹੁੰਦੀ। You can then switch back to the first app by tapping on its icon। ਦੁਬਾਰਾ ਇਸੇ ਨੂੰ ਚਲਾ ਸਕਦੇ ਹਾਂ ਆਪਾਂ ਆਈਕਨ ਤੇ ਟੈਪ ਕਰਕੇ। The operating system will continue to switch between app as you use your smartphone। This allow use to multiple apps at the same time even if they are not all visible on the screen। ਸਾਰੀਆਂ ਨਹੀਂ ਦਿਖਦੀਆਂ ਸਕਰੀਨ ਤੇ ਕਹਿੰਦਾ ਐਟ ਟਾਈਮ ਤੇ, ਬਟ ਮਲਟੀਪਲ ਚੱਲ ਸਕਦੀਆਂ, ਇਸ ਨੂੰ ਕੀ ਬੋਲਦੇ ਆ ਮਲਟੀਟਾਸਕਿੰਗ। ਅਗਲਾ ਸਵਾਲ ਹੈ which aspects of smartphone's battery is measured in mAh milliampere hours। ਕਹਿੰਦਾ ਇਹ ਕੀ ਮੈਜ਼ਰ ਕਰਦਾ ਕਿ ਬੈਟਰੀ ਦੀ ਥਿਕਨੈਸ ਨਹੀਂ, ਬੈਟਰੀ ਦਾ weight ਨਹੀਂ, ਬੈਟਰੀ ਦੀ ਕਪੈਸਿਟੀ, ਬੈਟਰੀ ਦਾ ਵੋਲਟੇਜ ਨਹੀਂ, ਵੋਲਟੇਜ ਹੁੰਦੀ ਹੈ ਜਿਹੜੀ V ਦੇ ਨਾਲ ਮੈਜ਼ਰ ਕੀਤੀ ਜਾਂਦੀ ਹੈ, ਬੈਟਰੀ ਦੀ ਕਪੈਸਿਟੀ। ਠੀਕ ਆ, ਤਾਂ ਆਨਸਰ C ਆ। the aspects of smartphone battery that measure in battery capacity। battery capacity indicates the amount of charge a battery can hold and deliver over a certain period of time। ਕੈਪੈਸਿਟੀ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਕਿੰਨਾ ਟਾਈਮ ਕਿੰਨੇ ਟਾਈਮ ਲਈ ਬੈਟਰੀ ਜਿਹੜੀ ਸਾਡੇ ਕੋਲੇ ਚੱਲੂਗੀ। ਅਗਲਾ ਸਵਾਲ ਹੈ ਕਹਿੰਦਾ which organization develops the Android operating system for smartphone। ਪਹਿਲਾਂ ਆਪਾਂ iOS ਵਾਲਾ ਪੜਿਆ ਸੀ, ਐਪਲ ਦੇ ਵਿੱਚ ਯੂਜ਼ ਕੀਤਾ ਜਾਂਦਾ ਸੀ, ਹੈ ਨਾ। ਇਹ ਹੋ ਗਿਆ ਐਂਡਰੋਇਡ। ਤਾਂ ਇਹਦਾ ਆਪਾਂ ਨੂੰ ਪਤਾ ਹੀ ਹੈ ਵੀ ਗੂਗਲ, ਵੈਸੇ 3 ਹੋਰ ਬੰਦੇ ਨੇ ਬਣਾਇਆ,
ਪਰ ਇੱਥੇ ਆਪਾਂ ਐਪਲ ਨਹੀਂ ਹੈਗਾ, ਮਾਈਕਰੋਸੌਫਟ ਨਹੀਂ ਹੈ, ਸੈਮਸੰਗ ਨਹੀਂ ਹੈ, ਗੂਗਲ LLC ਹੁੰਦਾ ਲਾਇਬਿਲਿਟੀ। ਚਲੋ ਆਪਾਂ ਅੱਗੇ ਪੜ੍ਹਦੇ ਹਾਂ। ਮੈਂ ਇਹ ਵੀ ਚੀਜ਼ ਐਡ ਕੀਤੀ ਹੋਈ, ਬਿਜ਼ਨਸ ਦੀਆਂ ਟਾਈਪਸ ਨੇ। ਇਹ ਹੁੰਦਾ ਲਿਮਟਿਡ ਲਾਇਬਿਲਿਟੀ, ਪਤਾ ਨਹੀਂ ਕੰਪਨੀ ਇਸ ਤਰ੍ਹਾਂ ਕਰਕੇ ਹੁੰਦਾ, ਅੱਗੇ ਮੈਂ ਦੱਸਦਾ ਤੁਹਾਨੂੰ, ਜੇ ਪੜ੍ਹਨੀ ਤਾਂ ਪੜ੍ਹ ਲਿਓ। What does BOLET stands for in relation to smartphone networks? BOLET ਆਂਸਰ ਮੈਂ ਹਟਾਉਣਾ ਭੁੱਲ ਗਿਆ, ਆਂਸਰ B ਹੈ ਦਾ ਵੌਇਸ ਓਵਰ ਲੌਂਗ ਟਰਮ ਐਵੋਲਿਊਸ਼ਨ। LT ਆਪਾਂ ਨੂੰ ਪਤਾ ਹੀ ਹੈ, ਲੌਂਗ ਟਰਮ ਐਵੋਲਿਊਸ਼ਨ। BO ਹੈਗਾ ਵੌਇਸ ਓਵਰ, ਹੈਨਾ। ਸੋ ਇਹ ਸਵਾਲ ਸੀਗੇ। ਤੇ ਇਹ ਵਾਲੀਆਂ ਜਿਹੜੀਆਂ ਟਾਈਪਸ ਆਫ ਬਿਜ਼ਨਸ ਸਟਰਕਚਰ ਨੇ, ਸੋਲੋ ਪਾਰਟਨਰਸ਼ਿਪ ਹੋ ਗਿਆ, ਇਕੱਲੀ ਪਾਰਟਨਰਸ਼ਿਪ ਹੋ ਗਿਆ, LLC, ਲਿਮਟਿਡ ਲਾਇਬਿਲਿਟੀ ਕੰਪਨੀ, ਕਾਰਪੋਰੇਸ਼ਨ, ਐਸ ਕਾਰਪੋਰੇਸ਼ਨ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਕਾਰਪੋਰੇਸ਼ਨ, ਕਾਰਪੋਰੇਟਿਵ, ਲਿਮਟਿਡ ਪਾਰਟਨਰਸ਼ਿਪ, ਲਿਮਟਿਡ ਲਾਇਬਿਲਿਟੀ ਪਾਰਟਨਰਸ਼ਿਪ ਤੇ ਜੁਆਇੰਟ ਵੈਂਚਰ। ਇਹ ਟਾਈਪਸ ਆਫ ਬਿਜ਼ਨਸ ਦੀਆਂ ਸਟਰਕਚਰਸ ਨੇ। ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਪੜ੍ਹ ਸਕਦੇ ਹੋ। ਜਿਵੇਂ ਆਪਾਂ ਇੱਥੇ ਸਵਾਲ ਦੇ ਵਿੱਚ ਦੇਖਿਆ ਸੀ, ਗੂਗਲ LLC ਹੁੰਦਾ ਹੈ ਲਿਮਟਿਡ ਲਾਇਬਿਲਿਟੀ ਕੰਪਨੀ। ਦਾ ਮਤਲਬ ਇਹ ਹੁੰਦਾ ਵੀ ਜਿੰਨੀ ਵੀ ਇਨਵੈਸਟਮੈਂਟ ਜਿਹੜੇ ਮੈਂਬਰਸ ਹੁੰਦੇ ਨੇ ਉਹਨਾਂ ਨੇ ਬਿਜ਼ਨਸ ਦੇ ਵਿੱਚ ਜਿੰਨੇ ਵੀ ਐਸੈਟਸ ਲਗਾਏ ਹੁੰਦੇ ਨੇ, ਤੇ ਇੱਕ ਉਹਨਾਂ ਦੇ ਪਰਸਨਲ ਐਸੈਟਸ, ਮੰਨ ਲਓ ਇੱਕ ਪਰਸਨ ਆ, ਜਿਵੇਂ ਆਪਾਂ ਕਹਿਤਾ ਵੀ ਟਾਟਾ, ਰਤਨ ਟਾਟਾ, ਉਹਦੇ ਕੋਲ ਇੱਕ ਕੰਪਨੀ ਆ, ਰਤਨ ਨਾਮ ਦਾ ਬੰਦਾ, ਉਹਦੀ ਇੱਕ ਕੰਪਨੀ ਆ ਟਾਟਾ ਦੇ ਵਿੱਚ ਉਹਨੇ $100 ਬਿਲੀਅਨ ਲਗਾਤੇ, $100 ਬਿਲੀਅਨ ਲਾਤੇ, ਤੇ ਉਹਦੇ ਕੋਲੇ ਆਪਦੇ ਕੋਲੇ $500 ਬਿਲੀਅਨ ਹੋਰ ਨੇ, ਬਿਲੀਅਨ ਹਨਾ। ਤਾਂ ਕੰਪਨੀ ਡੁੱਬ ਗਈ $100 ਬਿਲੀਅਨ ਤੇ, ਤਾਂ ਕੰਪਨੀ ਇਸ ਦੀ ਪਰਸਨਲ ਪ੍ਰਾਪਰਟੀ ਨੂੰ ਜ਼ਬਤ ਨਹੀਂ ਕਰ ਸਕਦੀ। ਇਹ ਕੋਈ ਕਲੇਮ ਨਹੀਂ ਕਰ ਸਕਦਾ ਵੀ ਤੂੰ ਆਪਦੇ ਪਰਸਨਲ ਪ੍ਰਾਪਰਟੀ ਸਾਨੂੰ ਦੇਣੀ ਪੈਣੀ, ਜਿਹਦੇ ਤੇ ਇੱਕ ਲੋਨ ਵਗੈਰਾ ਲਏ ਹੋਣਗੇ। ਤਾਂ ਇਹ ਹੁੰਦੀ ਹੈ ਲਿਮਟਿਡ ਲਾਇਬਿਲਿਟੀ ਕੰਪਨੀ। ਤਾਂ ਇਹ ਜੇ LLC ਦੇ ਅੰਡਰ ਆਉਂਦੀ ਆ, ਤਾਂ ਬਹੁਤ ਸਾਰੀਆਂ ਇੱਥੇ ਚੇਂਜਸ ਹੁੰਦੀਆਂ ਨੇ। ਜ਼ਰੂਰਤ ਨਹੀਂ ਹੈ ਵੈਸੇ ਮੈਨੂੰ ਥੋੜਾ ਜਿਹਾ ਸ਼ੌਂਕ ਆ ਵੀ ਚੀਜ਼ਾਂ ਦਾ ਐਟਲੀਸਟ ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕੀ ਕਰ ਰਹੇ ਹਾਂ। ਜੇਕਰ ਅਸੀਂ ਲਰਨਿੰਗ ਐਟੀਟਿਊਡ ਰੱਖਾਂਗੇ ਤਾਂ ਸਾਨੂੰ ਸਮਾਂ ਪਾ ਕੇ ਸਾਡੀ ਨੌਲੇਜ ਵੱਧਦੀ ਜਾਂਦੀ ਹੈ। ਪੇਪਰ ਦੇਖ ਕੇ ਕਾਂਸਟੇਬਲ ਲੱਗ ਜਾਓਗੇ, SI ਲੱਗ ਜਾਓਗੇ, ਕੱਲ ਨੂੰ ਕਿਸੇ ਜੌਬ ਤੇ ਲੱਗ ਜਾਓਗੇ, ਕੀ ਫਰਕ ਪੈਂਦਾ, ਲੱਗ ਹੀ ਜਾਣਾ ਸਭ ਨੇ, ਹਨਾ। ਪਰ ਇਹ ਹੈ ਵੀ ਰੋਜ਼ ਅਸੀਂ ਸਾਡਾ ਦੇਖਣ ਦਾ ਨਜ਼ਰੀਆ ਸਿੱਖਣ ਵਾਲਾ ਹੋਵੇ। ਸਾਨੂੰ ਕੋਈ ਵੀ ਚੀਜ਼, ਹੁਣ ਜਿਵੇਂ ਮੈਨੂੰ ਇਹ ਸਵਾਲ ਆਇਆ, ਮੈਨੂੰ ਲੱਗਿਆ ਵੀ ਯਾਰ LLC ਕਿਉਂ ਲੱਗਿਆ ਹੋਇਆ ਇਹਦੇ ਨਾਲ। ਤੇ ਜੇਕਰ ਆਪਾਂ ਐਵੇਂ ਦਾ ਵਿਜ਼ਨ ਰੱਖਾਂਗੇ ਹਰ ਚੀਜ਼ ਨੂੰ ਦੇਖ ਕੇ ਸਰਚ ਕਰਨ ਦਾ, ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹਾਈ ਤੋਂ ਹਟ ਕੇ ਅੱਧਾ ਪੌਣਾ ਘੰਟਾ ਆਪਾਂ ਸਮਾਂ ਕੱਢ ਲਈਏ ਵੀ ਜਿਹਦੇ ਵਿੱਚ ਡੇਲੀ ਨਵਾਂ ਕੁਝ ਸਿੱਖਣਾ, ਫਿਰ ਤੁਹਾਨੂੰ ਵਧੀਆ ਲੱਗਦਾ, ਇੱਕ ਲਰਨਿੰਗ ਐਟੀਟਿਊਡ ਹੋ ਜਾਂਦਾ, ਇੱਕ ਅੰਦਰੋਂ ਖੁਸ਼ੀ ਜੀ ਹੋ ਜਾਂਦੀ ਆਪਾਂ ਨੂੰ, ਠੀਕ ਆ। ਸੋ ਇਹ ਆਪਾਂ ਸੀਗੇ ਜਾਂ ਕਲਾਸ 1 ਸਮਾਰਟਫੋਨ ਦੇ ਰਿਗਾਰਡਿੰਗ ਦੇਖੀ। ਇਸ ਤੋਂ ਬਾਅਦ ਵੀ ਈਮੇਲ ਤੇ ਵੀ, ਤੇ ਇਸ ਦੇ ਵੀ ਨੈਕਸਟ ਪਾਰਟ ਵੀ ਆਪਾਂ ਲੈ ਕੇ ਆਵਾਂਗੇ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।